ਗੁਰੂ। ਪ੍ਰਭ ਦਾਤੋ ਦਾਤਾਰ, ਪਰਿਓ ਜਾਚਕ ਇਕ ਸਰਨਾ। ਲੈ ਦਾਨ ਸੰਤਰੇਨ, ਦੇਹ ਲਗ ਭੌਜਲ ਤਰਨਾ। ਬਿਨਤ ਕਰੋ ਅਰਦਾਸ, ਸੁਨਹੁ ਜੇ ਠਾਕੁਰ ਭਾਵੈ। ਦੇਹੋ ਦਰਸ ਮਨ ਚਾਉ, ਭਗਤ ਇਹੋ ਮਨ ਠਹਿਰਾਵੈ। ਬਲਿਓ ਚਰਾਗ ਅੰਧਿਆਰ ਮਹਿ, ਸਭ ਕਲ ਉਧਰੀ ਇਕ ਨਾਮ ਧਰਮ। ਪ੍ਰਗਟ ਸਗਲ ਹਰ ਭਵਨ ਮਹਿ, ਜਨ ਨਾਨਕ ਗੁਰ ਪਾਰ ਬ੍ਰਹਮ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਢਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ। ਸ੍ਰੀ ਵਾਹਿਗੁਰੂ ਸਾਹਿਬ ਜੀ। ਇਕ ਓੰਕਾਰ ਸਤਨਾਮ ਕਰਤਾ ਪੁਰਖ। ਸੂਹੀ ਮਹੱਲਾ ਪਹਿਲਾ, ਘਰ ਸੇਵਾ। ਇਕ ਓੰਕਾਰ ਸਤਿਗੁਰ ਪ੍ਰਸਾਦ। ਉਜਲ ਕਹਿਆ ਚਲਕਣਾ, ਘੋਟਮ ਕਾਲੜੀ ਮਸ। ਧੋਤਿਆ ਝੂਠ ਨਾ ਉਤਰੈ, ਜੇ ਸੋ ਧੋਵਾ ਤਿਸ। ਉਜਲ ਕਹਿਆ ਚਲਕਣਾ, ਘੋਟਮ ਕਾਲੜੀ ਮਸ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਬਹੁਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਜਿਨ੍ਹਾਂ ਨੂੰ ਗਰੀਬ ਨਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਰਮ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਕਰਨ ਦਾ, ਅੰਮ੍ਰਿਤ ਸਰੋਵਰ ਦੇ ਦਰਸ਼ਨ ਇਸ਼ਨਾਨ ਕਰਨ ਦਾ ਔਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁਗੋ ਜੁਗਾ ਟਲ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਰਮ ਪਵਿੱਤਰ ਹਜ਼ੂਰੀ ਵਿਖੇ ਜੁੜ ਕਰਕੇ ਸਤਸੰਗਤ ਕਰਨ ਦਾ, ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲ ਕਰਨ ਦਾ ਸ਼ੁਭ ਸੁਭਾਗੇ ਤੋਂ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਅੱਜ ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪਾਵਨ ਪਵਿੱਤਰ ਦਰ ਘਰ ਪਾਵਨ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਜੋ ਪਾਵਨ ਪਵਿੱਤਰ ਸ਼੍ਰੀ ਮੁਖਵਾਕ ਬਖਸ਼ਿਸ਼ ਹੋਏ ਹਨ, ਉਹਨਾਂ ਦੀ ਕਥਾ ਮਨ ਬਿਰਤੀ ਨੂੰ ਇਕਾਗਰ ਕਰਕੇ ਆਪ ਸੰਗਤਾਂ ਸਰਵਣ ਕਰੋ। ਜਗਤ ਜਲੰਦੇ ਨੂੰ ਠਾਰਨ ਵਾਲੇ ਸਤਿਗੁਰੂ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਸੰਸਾਰ ਨੂੰ ਤਾਰਦੇ ਹੋਏ, ਜੀਵਾਂ ਦਾ ਉਧਾਰ ਕਰਦੇ ਹੋਏ ਸੱਚੇ ਪਾਤਸ਼ਾਹ ਮੁਲਤਾਨ ਦੇ ਇਲਾਕੇ ਵੱਲ ਸਤਿਗੁਰੂ ਮਹਾਰਾਜ ਜੀ ਨੇ ਚਰਨ ਪਾਏ ਹਨ।
ਤਾਂ ਉਸ ਵਕਤ ਇੱਕ ਦਿਨ ਸਤਿਗੁਰੂ ਮਹਾਰਾਜ ਜੀ ਦੇ ਅਨੰਨ ਪਿਆਰੇ ਸਿੱਧਕੀ ਗੁਰਸਿੱਖ ਭਾਈ ਮਰਦਾਨਾ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਆਪਾਂ ਵਾਪਸ ਮੋੜਾ ਪਾਈਏ। ਮੇਰਾ ਚਿੱਤ ਕਰਦਾ ਹੈ ਆਪਣੇ ਨਗਰ ਨਨਕਾਣਾ ਸਾਹਿਬ ਅਤੇ ਕਰਤਾਰਪੁਰ ਸਾਹਿਬ ਜੋ ਰਾਵੀ ਦੇ ਕਿਨਾਰੇ ਹੈ ਉਸ ਅਸਥਾਨ ਵੱਲ ਆਪਾਂ ਚੱਲਣਾ ਕਰੀਏ। ਜਦੋਂ ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ ਤਾਂ ਸਤਿਗੁਰੂ ਜੀ ਕਹਿਣ ਲੱਗੇ, ਭਾਈ ਮਰਦਾਨਿਆ, ਅਜੇ ਸਾਡਾ ਸੰਕਲਪ ਜਾਣ ਦਾ ਨਹੀਂ ਹੈ। ਜੇ ਤੇਰੇ ਮਨ ਦੀ ਇੱਛਾ ਕੋਈ ਸੰਕਲਪ ਹੈ ਤਾਂ ਤੈਨੂੰ ਅਸੀਂ ਭੇਜ ਦਿੰਦੇ ਹਾਂ। ਉਸ ਵਕਤ ਭਾਈ ਮਰਦਾਨਾ ਜੀ ਨੇ ਬੜੀ ਅਧੀਨਗੀ ਦੇ ਨਾਲ, ਨਿਮਰਤਾ ਨਾਲ ਸਤਿਗੁਰੂ ਮਹਾਰਾਜ ਜੀ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਮੈਂ ਜੇ ਮੇਰੇ ਮਨ ਵਿੱਚ ਕੋਈ ਫੁਰਨਾ ਉੱਠਦਾ ਵੀ ਹੈ ਉਹ ਤੁਹਾਡਾ ਹੀ ਪੈਦਾ ਕੀਤਾ ਹੋਇਆ ਸੰਕਲਪ ਹੁੰਦਾ ਹੈ। ਮੇਰੇ ਮਨ ਦੀ ਕੋਈ ਹਸਤੀ ਨਹੀਂ ਕਿ ਮੈਂ ਆਪਣੀ ਮਰਜ਼ੀ ਨਾਲ ਕੋਈ ਸੰਕਲਪ ਉਠਾਵਾਂ। ਔਰ ਹੁਣ ਆਪ ਜੀ ਦੇ ਦਰਸ਼ਨ ਕਰਦਿਆਂ, ਲੰਮਾ ਸਮਾਂ ਸੰਗਤ ਕਰਦਿਆਂ ਮੇਰੇ ਮਨ ਦੇ ਵਿੱਚ ਐਸੀ ਵਿਚਾਰ ਪੈਦਾ ਹੋ ਚੁੱਕੀ ਹੈ ਕਿ ਜੋ ਤੁਸੀਂ ਮੈਨੂੰ ਆਗਿਆ ਕਰੋਗੇ ਮੈਂ ਉਸੇ ਤਰ੍ਹਾਂ ਆਪ ਜੀ ਦਾ ਬਚਨ ਮੰਨਾਂਗਾ। ਇਸ ਕਰਕੇ ਗਰੀਬ ਨਵਾਜ, ਜੇ ਤੁਸੀਂ ਨਹੀਂ ਜਾਣਾ ਤਾਂ ਮੈਂ ਜਾ ਕੇ ਕੀ ਲੈਣਾ। ਇਸ ਕਰਕੇ ਮੈਂ ਨਾਲ ਹੀ ਰਹਿ ਕੇ ਸੇਵਾ ਕਰਾਂਗਾ। ਭਾਈ ਮਰਦਾਨੇ ਨੇ ਜਦੋਂ ਬਹੁਤ ਅਧੀਨਗੀ ਨਾਲ, ਨਿਮਰਤਾ ਨਾਲ ਸਤਿਗੁਰਾਂ ਨੂੰ ਇਹ ਬੇਨਤੀ ਕੀਤੀ ਤਾਂ ਅੱਗੋਂ ਸਤਿਗੁਰੂ ਜੀ ਨੇ ਆਉਣ ਵਾਲਾ ਭਵਿੱਖ ਵੇਖ ਕੇ ਬਚਨ ਕੀਤਾ, ਭਾਈ ਮਰਦਾਨਿਆ, ਤੂੰ ਸਾਡੇ ਤੋਂ ਪਹਿਲਾਂ ਜਾਵੇਂਗਾ, ਫਿਰ ਅਸੀਂ ਜਾਵਾਂਗੇ। ਜਦੋਂ ਇਹ ਬਚਨ ਕੀਤੇ ਭਾਈ ਮਰਦਾਨਾ ਜੀ ਸਮਝ ਗਏ ਕਿ ਮੇਰਾ ਅੰਤਮ ਸਮਾਂ ਨੇੜੇ ਆ ਗਿਆ ਹੈ। ਇਹ ਬਚਨ ਹੋ ਕੇ ਹਟੇ ਤਾਂ ਅੱਗੇ ਸਾਧ ਸੰਗਤ ਜੀ ਖੁਰਮ ਸ਼ਹਿਰ ਆਇਆ। ਉੱਥੇ ਫਿਰ ਸਤਿਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਬਚਨ ਕੀਤਾ, ਭਾਈ ਮਰਦਾਨਿਆ, ਤੇਰੇ ਸਰੀਰ ਦਾ ਅੰਤਮ ਸਮਾਂ ਨੇੜੇ ਆ ਗਿਆ। ਕੇਵਲ 8 ਪਹਿਰ ਰਹਿ ਗਏ ਆ ਤੇਰੇ ਬਾਕੀ ਇਸ ਸਰੀਰ ਦੇ। ਇਸ ਕਰਕੇ ਤੇਰੀ ਪ੍ਰਰਬਧ ਅਨੁਸਾਰ ਇਸ ਸ਼ਹਿਰ ਵਿੱਚ ਤੂੰ ਸਾਡੇ ਨਾਲ ਚੱਲ, ਤੈਨੂੰ ਨਾਲ ਲਿਜਾ ਕੇ ਭੋਜਨ ਕਰਵਾ ਕੇ ਲਿਆਈਏ। ਭਾਈ ਬਾਲਾ, ਭਾਈ ਮਰਦਾਨਾ ਅਤੇ ਸਤਿਗੁਰੂ ਮਹਾਰਾਜ ਜੀ ਤਿੰਨੇ ਹੀ ਖੁਰਮ ਸ਼ਹਿਰ ਵੱਲ ਨੂੰ ਚੱਲ ਪਏ। ਅੱਗੇ ਇੱਕ ਮਠਿਆਈ ਦੀ ਬੜੀ ਸੁੰਦਰ ਦੁਕਾਨ ਹੈ। ਅੱਗੇ ਤਾਂ ਭਾਈ ਮਰਦਾਨਾ ਜੀ ਆਪ ਸ਼ਹਿਰ ਵਿੱਚੋਂ, ਨਗਰਾਂ ਵਿੱਚੋਂ ਜਾ ਕੇ ਭੋਜਨ ਜਲ ਪਾਣੀ ਛਕਿਆ ਕਰਦੇ ਸਨ, ਪਰ ਅੱਜ ਸਤਿਗੁਰੂ ਜੀ ਨੇ ਆਪ ਖਰੀਦ ਕੇ ਬਹੁਤ ਸੁੰਦਰ ਮਠਿਆਈ ਭਾਈ ਮਰਦਾਨਾ ਜੀ ਨੂੰ ਛਕਾਈ। ਛਕਾਉਣ ਤੋਂ ਉਪਰੰਤ ਜਦੋਂ ਵਾਪਸ ਆਏ ਤਾਂ ਸਤਿਗੁਰੂ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਨੂੰ ਪੁੱਛਿਆ, ਭਾਈ ਮਰਦਾਨਿਆ, ਤੇਰੀ ਕੀ ਹਾਲਤ ਹੈ? ਕਹਿਣ ਲੱਗਾ, ਮਹਾਰਾਜ, ਮੇਰੀ ਪ੍ਰਾਣ ਤੇ ਅਪਾਊ ਜਿਹੜੀ ਸਵਾਸਾਂ ਦੀ ਗੰਢ ਹੈ ਨਾ, ਪ੍ਰਾਣ ਤੇ ਅਪਾਊ ਵਾਯੂ ਹੈ ਜਿਹੜੀ, ਉਹ ਗੰਢ ਖੁੱਲ ਗਈ ਹੈ। ਗੁਰਬਾਣੀ ਵਿੱਚ ਫਰਮਾਨ ਆਉਂਦਾ ਹੈ, ਉੱਠੀ ਗੰਠ ਖੁੱਲੋ ਲਿਖਿਆ ਆਇਆ। ਜਦੋਂ ਪ੍ਰਾਣ ਤੇ ਅਪਾਨ ਵਾਯੂ ਦੀ ਗੰਢ ਖੁੱਲ ਜਾਂਦੀ ਹੈ, ਸਵਾਸਾਂ ਦੀ ਇਹ ਗੰਢ ਹੈ, ਤਾਂ ਫਿਰ ਇਸ ਸਰੀਰ ਦਾ ਸਮਾਂ ਨੇੜੇ ਆ ਜਾਂਦਾ ਹੈ। ਜਿਹੜੇ ਸਾਧਕ ਅਭਿਆਸੀ ਪੁਰਸ਼ ਹੁੰਦੇ ਹੈ ਉਹਨਾਂ ਨੂੰ ਇਹ ਬਹੁਤ ਛੇਤੀ ਅਨੁਭਵ ਹੋ ਜਾਂਦਾ ਹੈ। ਸਾਧਕ ਪੁਰਸ਼ਾਂ ਨੂੰ ਜਲਦੀ ਪਤਾ ਲੱਗ ਜਾਂਦਾ ਹੈ ਕਿ ਹੁਣ ਸਵਾਸਾਂ ਦੀ ਗੰਢ ਖੁੱਲ ਗਈ ਹੈ ਨਾਭੀ ਵਿੱਚੋਂ ਤੇ ਸਰੀਰ ਦਾ ਅੰਤਮ ਸਮਾਂ ਨੇੜੇ ਆ ਗਿਆ ਹੈ। ਭਾਈ ਮਰਦਾਨਾ ਜੀ ਕਹਿਣ ਲੱਗੇ, ਮਹਾਰਾਜ, ਮੇਰੀ ਉਹ ਪ੍ਰਾਣ ਤੇ ਅਪਾਊ ਵਾਯੂ ਗੰਢ ਖੁੱਲ ਗਈ ਹੈ। ਸਤਿਗੁਰੂ ਮਹਾਰਾਜ ਕਹਿੰਦੇ, ਤੇਰੀ ਕੋਈ ਇੱਛਾ? ਕਹਿਣ ਲੱਗਾ, ਮਹਾਰਾਜ, ਮੇਰੀ ਕੋਈ ਇੱਛਾ ਨਹੀਂ ਹੈ।
ਉਸ ਤੋਂ ਪਹਿਲਾਂ ਉਸੇ ਰਾਤ ਭਾਈ ਮਰਦਾਨਾ ਜੀ ਨੂੰ ਸੁਪਨਾ ਆਇਆ ਸੀ। ਸੁਪਨੇ ਵਿੱਚ ਕੀ ਵੇਖਦੇ ਐ ਕਿ ਜਦੋਂ ਪ੍ਰਾਣੀ ਸਰੀਰ ਤਿਆਗ ਦਿੰਦਾ ਹੈ, ਜਿਹੜੇ ਲੋਕ ਕਬਰਾਂ ਦੇ ਵਿੱਚ ਦੱਬੇ ਜਾਂਦੇ ਆ ਉਹਨਾਂ ਨੂੰ ਵੀ ਅੱਗੇ ਦੋਜ਼ਖਾਂ ਵਿੱਚ ਸਾੜਿਆ ਜਾਂਦਾ ਹੈ ਉਹਨਾਂ ਦੇ ਪਾਪਾਂ ਕਰਕੇ। ਤਾਂ ਭਾਈ ਮਰਦਾਨਾ ਜੀ ਨੇ ਉਹ ਸਾਰਾ ਦ੍ਰਿਸ਼ ਵੇਖ ਕੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ, ਮਹਾਰਾਜ ਮੈਨੂੰ ਐਸਾ ਸੁਪਨਾ ਆਇਆ ਤੇ ਮਹਾਰਾਜ ਜੇ ਬੰਦਾ ਸੜਨ ਨਾਲ ਹੀ ਪਲੀਤ ਮੰਨਿਆ ਜਾਂਦਾ, ਪਾਪੀ ਮੰਨਿਆ ਜਾਂਦਾ ਹੈ, ਤੇ ਮਹਾਰਾਜ ਸੱਚੇ ਪਾਤਸ਼ਾਹ ਮੈਂ ਅੱਗੇ ਬਾਰ-ਬਾਰ ਅੱਗ ਦੇ ਵਿੱਚ ਨਹੀਂ ਸੜਨਾ ਚਾਹੁੰਦਾ, ਮੈਂ ਜਦੋਂ ਚੜ੍ਹਾਈ ਕਰ ਜਾਵਾਂ ਮੇਰੇ ਸਰੀਰ ਦਾ ਦਾਹ ਸੰਸਕਾਰ ਕਰ ਦਿਓ, ਬਸ ਇਹੀ ਕੇਵਲ ਇੱਛਾ ਹੈ। ਆਪਣੇ ਚਰਨਾਂ ਵਿੱਚ ਮੈਨੂੰ ਜੋੜ ਕੇ ਰੱਖਿਓ ਸੱਚੇ ਪਾਤਸ਼ਾਹ, ਮੇਰੀ ਸੁਰਤ ਤੁਹਾਡੇ ਚਰਨਾਂ ਨਾਲ ਲਿਵਲੀਨ ਰਹੇ। ਮਹਾਰਾਜ ਕਹਿੰਦੇ ਭਾਈ ਮਰਦਾਨਾ ਸਾਡਾ ਤੇਰੇ ਨਾਲ ਬਚਨ ਹੈ ਕਿ ਅਸੀਂ ਤੇਰੇ ਸਰੀਰ ਦਾ ਆਪਣੇ ਹੱਥੀਂ ਦਾਹ ਸੰਸਕਾਰ ਕਰਾਂਗੇ। ਉਸ ਤੋਂ ਬਾਅਦ ਭਾਈ ਮਰਦਾਨੇ ਦਾ ਜਦੋਂ ਸਮਾਂ ਨੇੜੇ ਆਇਆ, ਮਹਾਰਾਜ ਕਹਿੰਦੇ ਮਰਦਾਨਿਆਂ ਕਿੰਨੇ ਸਵਾਸ ਰਹਿ ਗਏ? ਕਹਿਣ ਲੱਗਾ ਮਹਾਰਾਜ 11 ਸਵਾਸ ਰਹਿ ਗਏ ਕੇਵਲ। ਉਸ ਤੋਂ ਥੋੜੇ ਸਮੇਂ ਦੇ ਵਿੱਚ ਹੀ ਪਲਕ ਸਮੇਂ ਦੇ ਵਿੱਚ ਹੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਭਾਈ ਬਾਲੇ ਨੂੰ ਕਹਿਣ ਲੱਗੇ, ਭਾਈ ਬਾਲਿਆ ਭਾਈ ਮਰਦਾਨੇ ਦੇ ਮਸਤਕ ਨੂੰ ਸਰੀਰ ਦੇ ਨੇੜੇ ਹੱਥ ਲਾ ਕੇ ਵੇਖ ਕੀ ਹਾਲਤ ਹੈ ਇਸ ਵਕਤ ਭਾਈ ਮਰਦਾਨੇ ਦੀ। ਉਦੋਂ ਸਾਧ ਸੰਗਤ ਜੀ ਭਾਈ ਮਰਦਾਨਾ ਜੀ ਦੇ 11 ਸਵਾਸ ਪੂਰੇ ਹੋ ਚੁੱਕੇ ਸਨ ਤੇ ਉਦੋਂ ਹੀ ਭਾਈ ਮਰਦਾਨਾ ਜਿਉਂ ਜਲ ਮਹਿ ਜਲਾਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ। ਪ੍ਰਾਣ ਪੰਖੇਰੂ ਹੋ ਗਏ, ਆਪਣੀ ਜੋਤ ਵਾਹਿਗੁਰੂ ਪਰਮੇਸ਼ਰ ਸਰੂਪ ਧੰਨ ਗੁਰੂ ਨਾਨਕ ਦੇਵ ਜੀ ਦੇ ਸਰੂਪ ਵਿੱਚ ਲੀਨ ਕਰ ਲਈ। ਉਸ ਵਕਤ ਫਿਰ ਭਾਈ ਮਰਦਾਨਾ ਜੀ ਦੇ ਪਵਿੱਤਰ ਸਰੀਰ ਦਾ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਔਰ ਭਾਈ ਬਾਲਾ ਜੀ ਨੇ ਆਪ ਹੱਥੀਂ ਇਸ਼ਨਾਨ ਕਰਾ ਕੇ ਇੱਕ ਚਾਦਰਾ ਭਾਈ ਬਾਲਾ ਜੀ ਕੋਲੋਂ ਲੈ ਕੇ ਥੱਲੇ ਵਿਛਾਇਆ ਤੇ ਦੂਸਰਾ ਜਿਹੜਾ ਸਤਿਗੁਰੂ ਜੀ ਵਾਲਾ ਚਾਦਰਾ ਸੀ ਉਸ ਵਿੱਚ ਭਾਈ ਮਰਦਾਨਾ ਜੀ ਦੇ ਪਵਿੱਤਰ ਸਰੀਰ ਨੂੰ ਲਪੇਟ ਕੇ ਖੁਰਮ ਸ਼ਹਿਰ ਦੇ ਵਿੱਚ ਦਰਿਆ ਦੇ ਕਿਨਾਰੇ ਧੰਨ ਭਾਈ ਮਰਦਾਨਾ ਜੀ ਦੇ ਸਰੀਰ ਦਾ ਆਪ ਸਤਿਗੁਰੂ ਜੀ ਨੇ ਸੰਸਕਾਰ ਕੀਤਾ। ਕਿੰਨੇ ਪਰਮ ਸਨੇਹੀ ਸਿਦਕ ਸਤ ਸੰਤੋਖ ਵਿੱਚ ਰਹਿਣ ਵਾਲੇ ਗੁਰਸਿੱਖ ਸਨ ਭਾਈ ਮਰਦਾਨਾ ਜੀ, ਜਿਨ੍ਹਾਂ ਦਾ ਸਾਰਾ ਜੀਵਨ ਸਤਿਗੁਰੂ ਜੀ ਦੇ ਨਾਲ ਅਖੀਰ ਤੱਕ ਨਿਭਿਆ ਔਰ ਅੰਤਮ ਕਿਰਿਆ ਵੀ ਸਤਿਗੁਰੂ ਜੀ ਨੇ ਆਪ ਉਹਨਾਂ ਦੀ ਆਪਣੇ ਹੱਥੀਂ ਕੀਤੀ। ਸਾਧ ਸੰਗਤ ਜੀ, ਉੱਥੋਂ ਸਤਿਗੁਰੂ ਜੀ ਫਿਰ ਭਾਈ ਬਾਲਾ ਜੀ ਨੂੰ ਕਹਿਣ ਲੱਗੇ, ਭਾਈ ਬਾਲਿਆ ਭਾਈ ਮਰਦਾਨੇ ਦੇ ਪੁੱਤਰ ਨਾਲ ਸਾਨੂੰ ਕੋਈ ਕੰਮ ਹੈ। ਉੱਥੋਂ ਖੁਰਮ ਸ਼ਹਿਰ ਤੋਂ ਸਤਿਗੁਰੂ ਜੀ ਵਾਪਸ ਨਨਕਾਣਾ ਸਾਹਿਬ ਆਏ ਔਰ ਭਾਈ ਬਾਲਾ ਜੀ ਦੇ ਪਿਤਾ ਬਾਬਾ ਚੰਦਰਭਾਨ ਜੀ ਦੇ ਖੂਹ ਉੱਤੇ ਸਤਿਗੁਰੂ ਜੀ ਨੇ ਡੇਰਾ ਲਾਇਆ ਔਰ ਭਾਈ ਬਾਲਾ ਜੀ ਨੂੰ ਸਤਿਗੁਰੂ ਜੀ ਨੇ ਹੁਕਮ ਕੀਤਾ ਕਿ ਭਾਈ ਬਾਲਾ ਨਗਰ ਵਿੱਚ ਜੇ ਅਸੀਂ ਗਏ ਤਾਂ ਸਾਡਾ ਚਾਚਾ ਲਾਲੂ ਜੀ ਬਹੁਤ ਖਹਿੜਾ ਕਰਨਗੇ, ਪਰਿਵਾਰ ਖਹਿੜਾ ਕਰੇਗਾ ਕਿ ਇੱਥੇ ਰਹੋ, ਇਸ ਕਰਕੇ ਅਸੀਂ ਨਗਰ ਵਿੱਚ ਨਹੀਂ ਜਾਣਾ। ਤੂੰ ਭਾਈ ਮਰਦਾਨੇ ਦੇ ਪੁੱਤਰ ਦੇ ਕੋਲੇ ਉਹਨਾਂ ਦੇ ਘਰੇ ਜਾ ਕੇ ਉਹਨੂੰ ਬੁਲਾ ਕੇ ਲਿਆ। ਜੇ ਕੋਈ ਗੱਲ ਉਹ ਤੈਨੂੰ ਪੁੱਛੇ ਭਾਈ ਮਰਦਾਨੇ ਬਾਰੇ ਜਾਂ ਕੋਈ ਵੀ ਬਚਨ ਤੇਰੇ ਤੋਂ ਪੁੱਛਣਾ ਚਾਹੇ, ਤੂੰ ਇਹ ਗੱਲ ਕਹਿ ਦਈ ਕਿ ਸਾਰੇ ਤੇਰੇ ਸਵਾਲਾਂ ਦਾ ਜਵਾਬ ਸ੍ਰੀ ਗੁਰੂ ਨਾਨਕ ਦੇਵ ਜੀ ਦੇਣਗੇ ਤੇ ਉਹਨਾਂ ਨੇ ਤੈਨੂੰ ਬੁਲਾਇਆ ਹੈ। ਭਾਈ ਬਾਲਾ ਜੀ ਸਤਿਗੁਰੂ ਜੀ ਦਾ ਬਚਨ ਮੰਨ ਕੇ ਨਗਰ ਵਿੱਚ ਆਏ ਔਰ ਭਾਈ ਸਜਾਦਾ ਜੋ ਮਰਦਾਨਾ ਜੀ ਦਾ ਪੁੱਤਰ ਸੀ, ਭਾਈ ਮਰਦਾਨਾ ਜੀ ਦਾ, ਉਸ ਘਰ ਵਿੱਚ ਜਦੋਂ ਮਿਲੇ ਤਾਂ ਭਾਈ ਸਜਾਦਾ ਭਾਈ ਬਾਲਾ ਜੀ ਨੂੰ ਕਹਿਣ ਲੱਗਾ, ਚਾਚਾ ਜੀ ਮੇਰੇ ਪਿਤਾ ਜੀ ਕਿੱਥੇ? ਉਹ ਨਾਲ ਨਹੀਂ ਆਏ।
ਤਾਂ ਉਸ ਵਕਤ ਭਾਈ ਮਰਦਾਨਾ ਜੀ ਨੂੰ ਸੱਚਖੰਡ ਗਿਆ ਨੂੰ ਅਜੇ 2-3 ਕੁ ਦਿਨ ਹੀ ਹੋਏ ਸਨ। ਭਾਈ ਬਾਲਾ ਜੀ ਕਹਿਣ ਲੱਗੇ, ਭਾਈ ਸਜਾਦਿਆ, ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਬਾਹਰ ਨਗਰ ਵਿੱਚ ਆਏ ਹੋਏ ਹੈ, ਤੇਰੇ ਹਰ ਸਵਾਲ ਦਾ ਜਵਾਬ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇਣਗੇ, ਉਹ ਤੈਨੂੰ ਯਾਦ ਕਰ ਰਹੇ ਹੈ, ਮੇਰੇ ਨਾਲ ਚੱਲ, ਤੈਨੂੰ ਮੈਂ ਲੈਣ ਵਾਸਤੇ ਆਇਆ ਹਾਂ। ਉਸ ਵਕਤ ਫਿਰ ਭਾਈ ਸਜਾਦੇ ਨੂੰ ਨਾਲ ਲੈ ਕੇ ਭਾਈ ਬਾਲਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਸ ਆਏ। ਭਾਈ ਸਜਾਦੇ ਨੇ ਨਮਸਕਾਰ ਕੀਤੀ, ਬੇਨਤੀ ਕੀਤੀ, ਮਹਾਰਾਜ ਮੇਰਾ ਪਿਤਾ ਕਿੱਥੇ ਹੈ? ਅੱਗੇ ਤੁਹਾਡੇ ਨਾਲ ਹੁੰਦੇ ਆ, ਦਰਸ਼ਨ ਨਹੀਂ ਹੋ ਰਹੇ। ਤਾਂ ਸਤਿਗੁਰੂ ਜੀ ਕਹਿਣ ਲੱਗੇ, ਭਾਈ ਸਜਾਦਿਆ, ਤੇਰੇ ਪਿਤਾ ਸੱਚਖੰਡ ਪਿਆਨਾ ਕਰ ਗਏ ਹੈ। ਵਾਹਿਗੁਰੂ ਦੀ ਰਜ਼ਾ ਵਿੱਚ ਆਪਣਾ ਜੀਵਨ ਸਾਰੀ ਜ਼ਿੰਦਗੀ ਕੀਰਤਨ ਕਰਦਿਆਂ ਸਾਡੀ ਹਜ਼ੂਰੀ ਵਿੱਚ ਰਹਿ ਕੇ ਆਪਣਾ ਜੀਵਨ ਸਫਲ ਕੀਤਾ। ਹੁਣ ਤੂੰ ਵੈਰਾਗ ਨਾ ਕਰੀ, ਹੁਣ ਇਸੇ ਵਕਤ ਤੂੰ ਸਾਡੇ ਨਾਲ ਚੱਲ, ਤੈਨੂੰ ਭਾਈ ਮਰਦਾਨਾ ਜੀ ਦੀ ਗੱਦੀ ਤੇ ਬਿਠਾਉਣਾ। ਭਾਈ ਸਜਾਦਾ ਕਹਿਣ ਲੱਗਾ, ਮਹਾਰਾਜ ਮੈਨੂੰ ਕਿੱਥੇ ਲੈ ਕੇ ਜਾਣਾ? ਸਤਿਗੁਰੂ ਜੀ ਕਹਿਣ ਲੱਗੇ, ਤੈਨੂੰ ਖੁਰਮ ਸ਼ਹਿਰ ਲੈ ਕੇ ਜਾਣਾ, ਜਿੱਥੇ ਭਾਈ ਮਰਦਾਨਾ ਚੜ੍ਹਾਈ ਕੀਤਾ। ਉੱਥੇ ਹੀ ਤੁਹਾਡਾ ਤੇ ਤੇਰੇ ਪਰਿਵਾਰ ਦਾ ਨਿਵਾਸ ਕਰਾਉਣਾ, ਉੱਥੇ ਹੀ ਤੁਹਾਨੂੰ ਰੱਖਣਾ। ਇਸ ਕਰਕੇ ਤਾਂ ਤੈਨੂੰ ਲੈਣ ਵਾਸਤੇ ਆਏ ਹਾਂ। ਭਾਈ ਸਜਾਦਾ ਕਹਿਣ ਲੱਗਾ, ਮਹਾਰਾਜ ਉੱਥੇ ਸਾਨੂੰ ਕੋਈ ਜਾਣਦਾ ਨਹੀਂ, ਪ੍ਰਦੇਸ਼ ਦੀ ਧਰਤੀ ਹੈ, ਸਾਡਾ ਗੁਜ਼ਾਰਾ ਕਿਵੇਂ ਹੋਏਗਾ, ਕਿਵੇਂ ਰਵਾਂਗੇ? ਤਾਂ ਉਸ ਵਕਤ ਮਹਾਰਾਜ ਕਹਿਣ ਲੱਗੇ, ਨਹੀਂ ਭਾਈ ਸਜਾਦਿਆ, ਤੇਰੀ ਬਹੁਤ ਦੁਨੀਆ ਪੂਜਾ ਸਤਿਕਾਰ ਕਰੇਗੀ, ਤੁਹਾਡੀ ਬੰਸ ਦਾ ਬਹੁਤ ਸੰਗਤਾਂ ਸਨਮਾਨ ਕਰਨਗੀਆਂ, ਆਪਣੇ ਆਪ ਹੀ ਸੰਗਤਾਂ ਤੇਰੀ ਸੇਵਾ ਵਿੱਚ ਆਇਆ ਕਰਨਗੀਆਂ, ਹਰ ਤਰ੍ਹਾਂ ਦੀ ਤੇਰੀ ਸੇਵਾ ਹੋਇਆ ਕਰੇਗੀ। ਤੂੰ ਕੇਵਲ ਗੁਰਬਾਣੀ ਦਾ ਕੀਰਤਨ ਆਪਣੇ ਪਿਤਾ ਦੀ ਤਰ੍ਹਾਂ ਕਰਨਾ ਹੈ, ਤੈਨੂੰ ਧਨ ਦੀ ਪਦਾਰਥ ਦੀ ਕੋਈ ਕਮੀ ਨਹੀਂ ਰਹੇਗੀ, ਇਸ ਕਰਕੇ ਤੂੰ ਸਾਡੇ ਨਾਲ ਚੱਲ। ਉਸ ਵਕਤ ਸਤਿਗੁਰੂ ਮਹਾਰਾਜ ਜੀ ਨੇ ਭਾਈ ਸਜਾਦੇ ਨੂੰ ਨਾਲ ਲੈ ਕੇ ਜਦੋਂ ਤੁਰੇ, ਰਸਤੇ ਵਿੱਚ ਇੱਕ ਸ਼ਹਿਰ ਆਇਆ, ਉੱਥੋਂ ਬੜੇ ਕੀਮਤੀ ਵਸਤਰ ਲੈ ਕੇ ਭਾਈ ਸਜਾਦੇ ਦੇ ਸਰੀਰ ਉੱਤੇ ਸਤਿਗੁਰੂ ਜੀ ਨੇ ਧਾਰਨ ਕਰਵਾਏ। ਚਲਦਿਆਂ ਚਲਦਿਆਂ ਜਦੋਂ ਅੱਗੇ ਇੱਕ ਨਗਰ ਆਇਆ, ਭਾਈ ਸਜਾਦਾ ਕਹਿਣ ਲੱਗਾ, ਸੱਚੇ ਪਾਤਸ਼ਾਹ ਮੈਨੂੰ ਪਿਆਸ ਬੜੀ ਲੱਗੀ ਹੈ, ਮੈਂ ਇਸ ਨਗਰ ਵਿੱਚ ਜਲ ਛਕ ਆਵਾਂ। ਮਹਾਰਾਜ ਕਹਿਣ ਲੱਗੇ, ਨਹੀਂ, ਆਪਾਂ ਥੋੜੀ ਦੂਰ ਰਹਿ ਗਿਆ ਆਪਣਾ ਪੰਧ ਜਿੱਥੇ ਅੱਗੇ ਜਾਣਾ ਹੈ, ਇਸ ਕਰਕੇ ਤੂੰ ਸਾਡੇ ਨਾਲ ਉੱਥੇ ਚੱਲ, ਉੱਥੇ ਤੈਨੂੰ ਜਲ ਛਕਾਵਾਂਗੇ। ਪਰ ਭਾਈ ਸਜਾਦੇ ਨੇ ਬਹੁਤਾ ਹੱਠ ਕੀਤਾ, ਮਹਾਰਾਜ ਬੜਾ ਸੋਹਣਾ ਨਗਰ ਹੈ, ਮੈਂ ਹੁਣੇ ਜਲ ਛਕ ਕੇ ਆਇਆ, ਤੁਸੀਂ ਮੈਨੂੰ ਜਾਣ ਦੀ ਆਗਿਆ ਦਿਓ। ਮਹਾਰਾਜ ਕਹਿੰਦੇ, ਚੰਗਾ, ਅਸੀਂ ਇੱਥੇ ਬੈਠਦੇ ਹਾਂ, ਤੈਨੂੰ ਉਡੀਕਦੇ ਹਾਂ, ਤੂੰ ਜਲ ਛਕ ਕੇ ਛੇਤੀ ਆ ਜਾਈਂ। ਭਾਈ ਸਜਾਦਾ ਜਦੋਂ ਨਗਰ ਵਿੱਚ ਗਿਆ ਤਾਂ ਨਗਰ ਦੇ ਵਿੱਚ ਜਾਂਦਿਆਂ ਕੀ ਦੇਖਦਾ, ਇੱਕ ਬੜਾ ਸੋਹਣਾ ਧਾਰਮਿਕ ਸਥਾਨ ਬਣਿਆ ਹੋਇਆ ਹੈ। ਉਸ ਧਾਰਮਿਕ ਸਥਾਨ ਵਿੱਚ ਇੱਕ ਪਾਸੇ ਧਰਮਸਾਲ ਬਣੀ ਹੋਈ ਹੈ, ਮੰਦਿਰ ਬਣਿਆ, ਮਸੀਤ ਬਣੀ ਹੈ, ਬੜੀ ਸੁੰਦਰ ਸਰਾਂ ਬਣੀ ਹੋਈ ਹੈ। ਭਾਈ ਸਜਾਦਾ ਧਾਰਮਿਕ ਸਥਾਨ ਵੇਖ ਕੇ, ਕਿਉਂਕਿ ਜਿਹਦਾ ਕੋਈ ਵੀ ਆਸਰਾ ਨਹੀਂ, ਉਹਦਾ ਧਰਮ ਸਥਾਨ ਆਸਰਾ ਹੁੰਦਾ ਹੈ। ਪਰ ਸਾਧ ਸੰਗਤ ਜੀ, ਇਹ ਤਾਂ ਗੁਰੂ ਘਰ ਨੂੰ ਹੀ ਸਤਿਗੁਰੂ ਜੀ ਨੇ ਵਡਿਆਈਆਂ ਬਖਸ਼ੀਆਂ ਕਿ ਗੁਰੂ ਘਰ ਦੇ ਵਿੱਚ ਜਿੱਥੇ ਵੀ ਕਿਤੇ ਨਿਸ਼ਾਨ ਸਾਹਿਬ ਝੂਲਦੇ ਹੈ, ਕਿਸੇ ਵੀ ਧਰਮ ਦਾ, ਕਿਸੇ ਵੀ ਮਜ਼ਹਬ ਦਾ, ਕਿਸੇ ਵੀ ਦੇਸ਼ ਦਾ ਪ੍ਰਾਣੀ ਕਿੱਥੋਂ ਵੀ ਚੱਲ ਕੇ ਆ ਜਾਏ, ਭੁੱਖਾ ਪਿਆਸਾ, ਹਰ ਇੱਕ ਨੂੰ ਇਸ ਗੁਰੂ ਘਰ ਦੇ ਵਿੱਚ ਸਤਿਗੁਰੂ ਜੀ ਨੇ ਮਹਾਨ ਬਰਕਤਾਂ ਨਾਲ ਨਵਾਜਿਆ ਹੋਇਆ। ਭੁੱਖੇ ਨੂੰ ਅੰਨ, ਨੰਗੇ ਨੂੰ ਵਸਤਰ, ਰਹਿਣ ਵਾਸਤੇ ਆਰਾਮ, ਇਹ ਸਾਰੀਆਂ ਬਖਸ਼ਿਸ਼ਾਂ ਗੁਰੂ ਘਰ ਵਿੱਚੋਂ ਹੀ ਪ੍ਰਾਪਤ ਹੁੰਦੀਆਂ ਹਨ। ਇਹ ਨਿਆਸਰਿਆਂ ਦਾ ਆਸਰਾ ਹੈ ਗੁਰੂ ਘਰ। ਜਿੱਥੇ ਵੀ ਕੇਸਰੀ ਨਿਸ਼ਾਨ ਸਾਹਿਬ ਝੂਲਦੇ ਹੈ, ਉੱਥੇ ਭਾਈ ਸਤਿਗੁਰੂ ਮਹਾਰਾਜ ਜੀ ਨੇ ਲੰਗਰ ਦੇ ਪ੍ਰਵਾਹ, ਸਤਸੰਗਤ ਦੇ ਪ੍ਰਵਾਹ, ਰਹਿਣ ਵਾਸਤੇ ਸਰਾਵਾਂ, ਆਰਾਮ ਕਰਨ ਲਈ ਸਾਰੀਆਂ ਥਾਵਾਂ ਬਣਵਾਈਆਂ, ਆਪਣੇ ਗੁਰਸਿੱਖਾਂ ਨੂੰ ਅੱਗੇ ਤੋਂ ਅੱਗੇ ਹੁਕਮ ਅਤੇ ਆਗਿਆ ਕੀਤੀ ਹੈ।
ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਚਲੇ ਜਾਓ ਤਾਂ ਸਾਧ ਸੰਗਤ ਜੀ ਜਿੱਥੇ ਜਿੱਥੇ ਵੀ ਗੁਰੂ ਘਰ ਬਣੇ ਹੋਏ ਹੈ, ਇਹ ਗੁਰੂ ਘਰਾਂ ਦਾ ਪ੍ਰਤਾਪ, ਗੁਰੂ ਘਰਾਂ ਦੀ ਵਡਿਆਈ ਸਾਰਾ ਸੰਸਾਰ ਅੱਜ ਵੇਖ ਰਿਹਾ ਆਪਣੇ ਅੱਖੀਂ। ਕਿੱਡੀ ਵੱਡੀ ਮਹਾਮਾਰੀ ਆਈ ਇਸ ਵਿੱਚ, ਸਭ ਤੋਂ ਵੱਧ ਦੁਖੀ ਇਸ ਲੋਕਾਈ ਨੂੰ ਜੇ ਸਹਾਰਾ ਦਿੱਤਾ ਤਾਂ ਗੁਰੂ ਘਰ ਵਿੱਚੋਂ ਹੀ ਆਸਰਾ ਮਿਲਿਆ ਹੈ। ਔਰ ਵੱਡੇ ਵੱਡੇ ਦੂਸਰੇ ਧਰਮਾਂ ਦੇ ਲੋਕਾਂ ਨੇ ਵੀ ਇਹ ਬੁਲੰਦ ਆਵਾਜ਼ ਵਿੱਚ ਗੱਲ ਕਹੀ ਹੈ ਕਿ ਕਿਤੇ ਵੀ ਦਾਨ ਨਾ ਕਰੋ, ਕਿਤੇ ਵੀ ਪੈਸਾ ਨਾ ਦਿਓ, ਜੇ ਪੈਸਾ ਦੇਣਾ ਗੁਰੂ ਘਰ ਵਿੱਚ ਦਿਓ ਜਿੱਥੋਂ ਦੁਖੀਆਂ ਦੀ ਲੋੜਵੰਦਾਂ ਦੀ ਸੇਵਾ ਦਾ ਕੁੰਭ ਚੱਲਦਾ ਹੈ, ਜਿੱਥੇ ਦੁਖੀਆਂ ਨੂੰ ਸਹਾਰਾ ਮਿਲਦਾ ਹੈ। ਔਰ ਜਿੱਥੇ ਵੀ ਦੁਨੀਆ ਵਿੱਚ ਕੋਈ ਵੀ ਜਗ੍ਹਾ ਕਿਸੇ ਦਾ ਆਸਰਾ ਨਹੀਂ ਬਣਦੀ, ਉੱਥੇ ਗੁਰਦੁਆਰੇ ਬਣਾਓ ਤਾਂ ਕਿ ਦੁਨੀਆ ਨੂੰ ਉੱਥੋਂ ਸੁੱਖ, ਆਰਾਮ ਅਤੇ ਸਹਾਰਾ ਔਰ ਆਸਰਾ ਪ੍ਰਾਪਤ ਹੋਵੇ। ਸੋ ਭਾਈ ਸਜਾਦਾ ਧਾਰਮਿਕ ਸਥਾਨ ਵੇਖ ਕੇ ਜਦੋਂ ਅੰਦਰ ਗਿਆ, ਕੀ ਵੇਖਦਾ, ਇੱਕ ਮਨੁੱਖ ਬੜੇ ਚਿੱਟੇ ਦੁੱਧ ਰੰਗੇ ਵਸਤਰ ਉਹਨੇ ਪਾਏ ਹੋਏ ਹੈ ਔਰ ਬੜਾ ਸੁੰਦਰ ਮੱਥੇ ਵਿੱਚ ਤਿਲਕ ਲਾਇਆ ਹੋਇਆ ਹੈ, ਹੱਥ ਵਿੱਚ ਮਾਲਾ ਫੜੀ ਹੋਈ ਹੈ ਔਰ ਬੜੀ ਦੁੱਧ ਰੰਗੀ ਸੇਜ ਦੇ ਉੱਤੇ ਭਾਵ ਬੜੇ ਵੱਡੇ ਵੱਡੇ ਤਕੀਏ ਸਰਾਣੇ ਮਗਰ ਲੱਗੇ ਹੋਏ ਹੈ, ਗੱਦੀ ਲਾ ਕੇ ਬੈਠਾ ਤੇ ਆਲੇ ਦੁਆਲੇ ਕੁਝ ਸੇਵਾਦਾਰ ਉਹਦੀ ਸੇਵਾ ਵਿੱਚ ਲੱਗੇ ਹੋਏ ਹੈ। ਭਾਈ ਸਜਾਦੇ ਨੇ ਜਾ ਕੇ ਉਸ ਪੁਰਸ਼ ਨੂੰ ਵਿਵਹਾਰਕ ਤੌਰ ਤੇ ਉਸ ਦਾ ਸਨਮਾਨ ਕੀਤਾ ਔਰ ਕਹਿਣ ਲੱਗਾ, ਜੀ ਮੈਂ ਜਲ ਛਕਣਾ ਹੈ, ਮੈਨੂੰ ਜਲ ਛਕਾਓ, ਬਹੁਤ ਪਿਆਸ ਲੱਗੀ ਹੈ। ਤਾਂ ਉਹ ਪੁਰਸ਼ ਅੱਗੋਂ ਭਾਈ ਸਜਾਦੇ ਨੂੰ ਕਹਿਣ ਲੱਗਾ ਕਿ ਤੂੰ ਬੱਚਾ ਬੜੇ ਕੀਮਤੀ ਅਮੋਲਕ ਤੇਰੇ ਸਰੀਰ ਉੱਤੇ ਵਸਤਰ ਧਾਰਨ ਕੀਤੇ ਹੋਏ ਹੈ, ਰਾਜਿਆਂ ਵਰਗੀ ਪੁਸ਼ਾਕ ਧਾਰਨ ਕੀਤੀ ਹੋਈ ਹੈ, ਤੂੰ ਕੌਣ ਹੈ, ਕਿੱਥੋਂ ਹੈ, ਕਿਸ ਸ਼ਾਹੂਕਾਰ ਕਿਸੇ ਰਾਜੇ ਦਾ ਤੂੰ ਪੁੱਤਰ ਲੱਗਦਾ ਹੈ। ਤਾਂ ਉਸ ਵਕਤ ਭਾਈ ਸਜਾਦਾ ਕਹਿਣ ਲੱਗਾ, ਹੇ ਮਹਾਨ ਪੁਰਸ਼ ਜੀ, ਮੈਂ ਤ੍ਰਿਲੋਕੀ ਦੇ ਮਾਲਕ, ਜਿਹੜੇ ਖੰਡਾਂ ਬ੍ਰਹਮੰਡਾਂ ਦੇ ਮਾਲਕ ਹੈ ਨਾ, ਉਹਨਾਂ ਦਾ ਮੈਂ ਪ੍ਰੋਤ ਹੈ, ਉਹ ਮੇਰੇ ਜਜਮਾਨ ਹਨ, ਤਾਂ ਕਰਕੇ ਉਹਨਾਂ ਨੇ ਮੇਰੇ ਉੱਤੇ ਮਹਾਨ ਰਹਿਮਤਾਂ ਕੀਤੀਆਂ। ਜਿਹਦਾ ਜਜਮਾਨ ਤ੍ਰਿਲੋਕੀ ਦਾ ਮਾਲਕ ਹੋਵੇ ਉਹਨੂੰ ਕਿਸੇ ਗੱਲ ਦੀ ਕੀ ਕਮੀ ਹੋ ਸਕਦੀ ਹੈ। ਜਦੋਂ ਇਹ ਗੱਲ ਸੁਣੀ ਨਾ ਤਾਂ ਉਸ ਪੁਰਸ਼ ਨੇ ਉਸੇ ਵਕਤ ਆਗਿਆ ਕੀਤੀ ਕਿ ਆਪਣੇ ਨੌਕਰਾਂ ਚਾਕਰਾਂ ਨੂੰ ਕਹਿਣ ਲੱਗਾ, ਚੰਗਾ ਵੀ ਇਹਨੂੰ ਲੈ ਜਾਓ ਤੇ ਚੰਗੀ ਤਰ੍ਹਾਂ ਦੀ ਜਲ ਪਾਣੀ ਦੁਆਰਾ ਸੇਵਾ ਕਰੋ। ਇਹ ਪੁਰਸ਼ ਕੌਣ ਸੀ? ਇਹ ਤੁਲੰਬਾ ਨਗਰ ਸੀ ਜਿੱਥੋਂ ਦੀ ਇਹ ਇਤਿਹਾਸਕ ਘਟਨਾ ਹੈ। ਇਹ ਸੀ ਸੱਜਣ ਠੱਗ। ਸੱਜਣ ਠੱਗ ਤੁਲੰਬੇ ਨਗਰ ਦੇ ਵਿੱਚ ਇਸ ਤਰ੍ਹਾਂ ਰਿਹਾ ਕਰਦਾ ਸੀ। ਜਦੋਂ ਭਾਈ ਸਜਾਦੇ ਨੂੰ ਲੈ ਕੇ ਗਏ, ਮੁਸ਼ਕਾਂ ਬੰਨ੍ਹ ਲਈਆਂ, ਸਾਰੇ ਕੀਮਤੀ ਵਸਤਰ ਉਤਾਰ ਲਏ ਔਰ ਭਾਈ ਸਜਾਦੇ ਨੂੰ ਕਹਿਣ ਲੱਗੇ ਵੀ ਧਨ ਜਿੰਨਾ ਵੀ ਹੈ ਦੱਸ ਤੇਰੇ ਕੋਲੇ ਕਿੱਥੇ ਹੈ, ਸਾਨੂੰ ਦੇ ਉਸ ਵਕਤ। ਔਰ ਭੋਰੇ ਵਿੱਚ ਜਾ ਕੇ ਕੈਦ ਕਰ ਲਿਆ। ਉਧਰ ਸਤਿਗੁਰੂ ਜੀ ਭਾਈ ਬਾਲਾ ਜੀ ਨੂੰ ਉਸ ਵਕਤ ਬਚਨ ਕਰਨ ਲੱਗੇ, ਕਹਿਣ ਲੱਗੇ, ਭਾਈ ਬਾਲਿਆ, ਸਜਾਦਾ ਵੀ ਭਾਈ ਮਰਦਾਨੇ ਦੀ ਤਰ੍ਹਾਂ ਫੜਿਆ ਗਿਆ, ਜਿਵੇਂ ਤ੍ਰਿਆ ਰਾਜ ਵਿੱਚ ਭਾਈ ਮਰਦਾਨਾ ਫੜਿਆ ਗਿਆ ਸੀ, ਸਜਾਦਾ ਵੀ ਫੜ ਲਿਆ। ਉਸ ਵਕਤ ਫਿਰ ਭਾਈ ਬਾਲਾ ਜੀ ਨੇ ਬੇਨਤੀ ਕੀਤੀ, ਮਹਾਰਾਜ ਨਿਆਸਰਿਆਂ ਦੇ ਆਸਰੇ, ਦੁਖੀਆਂ ਦੇ ਦੁੱਖਾਂ ਤੋਂ, ਇਸ ਦਰਦਵੰਦਾਂ ਨੂੰ, ਦੁਖੀਆਂ ਨੂੰ, ਦੁਨੀਆ ਵਿੱਚ ਦੁੱਖਾਂ ਤੋਂ ਛਡਾਉਣ ਵਾਲੇ ਆਪ ਸੱਚੇ ਪਾਤਸ਼ਾਹ, ਫਿਰ ਭਾਈ ਸਜਾਦੇ ਦੀ ਆਪ ਹੀ ਸਹਾਇਤਾ ਕਰੋ, ਮਦਦ ਕਰੋ। ਉਸ ਵਕਤ ਫਿਰ ਭਾਈ ਬਾਲੇ ਨੂੰ ਨਾਲ ਲੈ ਕੇ ਮਹਾਰਾਜ ਜਿੱਥੇ ਸੱਜਣ ਠੱਗ ਦਾ ਇਹ ਧਾਰਮਿਕ ਸਥਾਨ ਬਣਾਇਆ ਹੋਇਆ ਸੀ ਉੱਥੇ ਆਏ। ਆਉਂਦਿਆਂ ਹੀ ਸਤਿਗੁਰੂ ਜੀ ਨੇ ਸੱਜਣ ਠੱਗ ਨੂੰ ਵੰਗਾਰ ਕੇ ਬਚਨ ਕੀਤਾ, ਕਹਿਣ ਲੱਗੇ, ਉਹ ਬਈ ਇੱਥੇ ਇੱਕ ਸਾਡਾ ਪ੍ਰੇਮੀ ਗੁਰਸਿੱਖ ਆਇਆ ਸੀ, ਨੌਜਵਾਨ ਬੱਚਾ, ਦੱਸ ਕਿੱਥੇ ਹੈ। ਸਾਫ ਹੀ ਮੁਨਕਰ ਹੋ ਗਿਆ, ਝੂਠ ਬੋਲ ਗਿਆ, ਕਹਿਣ ਲੱਗਾ, ਜੀ ਇੱਥੇ ਤਾਂ ਕੋਈ ਆਇਆ ਹੀ ਨਹੀਂ। ਮਹਾਰਾਜ ਭਾਈ ਬਾਲੇ ਨੂੰ ਕਹਿਣ ਲੱਗੇ, ਭਾਈ ਬਾਲਿਆ, ਇਹ ਵੈਸ਼ਨੂੰ ਬਣ ਕੇ ਬੜਾ ਵੱਡਾ ਪਖੰਡੀ ਹੈ, ਬੜਾ ਵੱਡਾ ਪਾਪੀ ਹੈ। ਜਾਂ ਭੋਰੇ ਦੇ ਵਿੱਚੋਂ ਭਾਈ ਸਜਾਦੇ ਨੂੰ ਬੰਨ੍ਹ ਕੇ ਇਹਨਾਂ ਨੇ ਵਸਤਰ ਲਾ ਕੇ ਨੰਗਾ ਹੀ ਬਿਠਾਇਆ ਹੋਇਆ,
ਉਸ ਨੂੰ ਲੈ ਕੇ ਆ। ਭਾਈ ਬਾਲਾ ਜੀ ਜਦੋਂ ਗਏ, ਭੋਰੇ ਦੇ ਵਿੱਚੋਂ ਭਾਈ ਸਜਾਦਾ ਹੱਥ ਪੈਰ ਬੰਨੇ ਹੋਏ ਹੈ। ਭਾਈ ਬਾਲਾ ਜੀ ਨੇ ਹੱਥ ਪੈਰ ਖੋਲ ਕੇ ਆਪਣਾ ਚਾਦਰਾ ਸਰੀਰ ਉੱਤੇ ਦੇ ਕੇ ਭਾਈ ਸਜਾਦੇ ਨੂੰ ਬਾਹਰ ਲਿਆਂਦਾ ਤਾਂ ਸਾਰੀ ਵਾਰਤਾ ਪੁੱਛੀ। ਉਸ ਵਕਤ ਫਿਰ ਭਾਈ ਸਜਾਦੇ ਨੇ ਸਤਿਗੁਰੂ ਮਹਾਰਾਜ ਜੀ ਨੂੰ ਬੇਨਤੀ ਕੀਤੀ, ਮਹਾਰਾਜ ਮੈਂ ਤਾਂ ਪਾਣੀ ਪੀਣ ਆਇਆ ਸੀ, ਇਹਨਾਂ ਨੇ ਮੇਰੇ ਵਸਤਰ ਵੀ ਲਾਹ ਲਏ ਤੇ ਮੇਰੇ ਕੋਲੋਂ ਬਾਰ-ਬਾਰ ਕੁੱਟਮਾਰ ਕਰਨ ਦਾ ਵੀ ਯਤਨ ਕਰਦੇ ਰਹੇ, ਪਰ ਤੁਹਾਡੇ ਪ੍ਰਤਾਪ ਨਾਲ ਮੈਨੂੰ ਕੁੱਟਮਾਰ ਨਹੀਂ ਕਰ ਸਕੇ, ਪਰ ਬਹੁਤ ਭੈ ਅਤੇ ਡਰ ਇਹਨਾਂ ਨੇ ਦਿਖਾਇਆ। ਧਨ ਦੀ ਬਾਰ-ਬਾਰ ਮੰਗ ਕਰ ਰਹੇ ਸਨ, ਇਸ ਕਰਕੇ ਮਹਾਰਾਜ ਮੈਂ ਕੋ ਥਾਂ ਫਸ ਗਿਆ। ਉਸ ਵਕਤ ਫਿਰ ਸਤਿਗੁਰੂ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸੱਜਣ ਠੱਗ ਨੂੰ ਉਸ ਵਕਤ ਕਹਿਣ ਲੱਗੇ ਕਿ ਭਲਿਆ ਪੁਰਸ਼ਾ, ਬਾਣਾ ਤਾਂ ਤੇਰਾ ਧਾਰਮਿਕ ਪੁਰਖਾਂ ਵਾਲਾ ਸੰਤਾਂ ਮਹਾਤਮਾ ਵਾਲਾ ਲਿਬਾਸ ਹੈ, ਪਰ ਹੈ ਤੂੰ ਸੱਜਣ ਨਹੀਂ, ਤੂੰ ਠੱਗ ਹੈ। ਇਸ ਧਾਰਮਿਕ ਬਾਣੇ ਦੀ ਆੜ ਵਿੱਚ ਕਿੰਨੇ ਪਾਪ ਤੂੰ ਕਰਨੇ ਆ। ਵੇਖ ਤੂੰ ਮੰਦਰ ਵੀ ਬਣਾਇਆ, ਜਿਹੜੇ ਮੰਦਰ ਨੂੰ ਮੰਨਣ ਵਾਲੇ ਆ ਉਹ ਵੀ ਤੇਰੇ ਕੋਲੇ ਆ ਕੇ ਫਸਦੇ ਆ, ਜਿਹੜੇ ਮਸੀਤ ਨੂੰ ਮੰਨਣ ਵਾਲੇ ਆ ਉਹ ਮਸੀਤ ਦੇ ਪ੍ਰੇਮੀ ਉਹ ਵੀ ਤੇਰੇ ਕੋਲੇ ਆ ਕੇ ਫਸਦੇ ਆ। ਧਰਮਸਾਲ ਵੀ ਬਣਾਈ ਹੋਈ ਹੈ, ਸਰਾਵਾਂ ਵੀ ਬਣਾਈਆਂ, ਦਿਨੇ ਆਇਆ ਨੂੰ ਤੂੰ ਫਸਾ ਲੈਣਾ, ਰਾਤ ਨੂੰ ਉਹਨਾਂ ਨੂੰ ਮਾਰ ਦਿੰਨਾ, ਜੋ ਉਹਦੇ ਕੋਲੇ ਧਨ ਵਸਤਰ ਕੀਮਤੀ ਹੁੰਦੇ ਆ ਉਹ ਸਾਰੇ ਤੂੰ ਲੁੱਟ ਲੈਣਾ। 100 ਬੰਦਾ ਮਾਰਿਆ ਹੋਇਆ ਸੀ, 100 ਬੰਦੇ ਦੀ ਖੋਪਰੀ ਉੱਥੇ ਭੋਰਿਆਂ ਵਿੱਚ ਪਈ ਸੀ। ਮਹਾਰਾਜ ਕਹਿੰਦੇ ਭਾਈ ਸਜਾਦਾ ਜੇ ਅਸੀਂ ਨਾ ਆਉਂਦੇ 101ਵਾਂ ਤੂੰ ਬਣ ਜਾਣਾ ਸੀ, ਅੱਜ ਇਹਦੇ ਹੱਥੋਂ ਮੌਤ ਦਾ ਸ਼ਿਕਾਰ ਤੂੰ ਬਣ ਜਾਣਾ ਸੀ। ਉਸ ਵਕਤ ਜਦੋਂ ਸੱਜਣ ਠੱਗ ਨੂੰ ਸਤਿਗੁਰੂ ਜੀ ਨੇ ਬਚਨ ਕਹੇ, ਉਦੋਂ ਸੱਜਣ ਠੱਗ ਨੇ ਸਤਿਗੁਰੂ ਜੀ ਦੇ ਚਿਹਰੇ ਦਾ ਐਸਾ ਪ੍ਰਭਾਵ ਪਿਆ, ਐਸੀ ਮਨ ਨੂੰ ਸੀਤਲਤਾ ਆਈ, ਆਪਣੇ ਪਾਪ ਕਰਮਾਂ ਦਾ ਐਸਾ ਪਛਤਾਤਾਪ ਮਨ ਵਿੱਚ ਪੈਦਾ ਹੋਇਆ, ਸ਼ਰਮਿੰਦਾ ਹੋਇਆ, ਸਤਿਗੁਰੂ ਜੀ ਦੇ ਚਰਨਾਂ ਵਿੱਚ ਗਿੜਗੜਾ ਕੇ ਡਿੱਗ ਪਿਆ। ਸੱਚੇ ਪਾਤਸ਼ਾਹ, ਇਸ ਦੁਨੀਆ ਨਾਲੋਂ, ਸ੍ਰਿਸ਼ਟੀ ਨਾਲੋਂ ਸਭ ਤੋਂ ਵੱਡਾ ਪਾਪੀ ਮੈਂ ਹਾਂ, ਮੇਰੇ ਨਾਲੋਂ ਵੱਡਾ ਹੋਰ ਕੋਈ ਗੁਨਾਹਗਾਰ ਨਹੀਂ, ਮਹਾਰਾਜ ਮੇਰਾ ਉਧਾਰ ਕਰੋ। ਉਸ ਵਕਤ ਫਿਰ ਤੁਲੰਬੇ ਨਗਰ ਦੇ ਵਿੱਚ ਸੱਜਣ ਠੱਗ ਨੂੰ ਸਤਿਗੁਰੂ ਮਹਾਰਾਜ ਜੀ ਨੇ ਇਹ ਸ਼ਬਦ ਉਚਾਰ ਕੇ ਸੂਹੀ ਰਾਗ ਵਿੱਚ ਪਰਮ ਪਵਿੱਤਰ ਉਪਦੇਸ਼ ਦਿੱਤਾ ਔਰ ਅਸਲੀ ਗੁਰਸਿੱਖੀ ਦੀ ਦਾਤ ਬਖਸ਼ ਕੇ, ਨਾਮ ਦੀ ਦਾਤ ਬਖਸ਼ ਕੇ ਮਹਾਰਾਜ ਜੀ ਨੇ ਅਸਲੀ ਸੱਜਣਾ, ਅਸਲੀ ਪਿਆਰਾ ਗੁਰੂ ਦਾ, ਪਰਮੇਸ਼ਰ ਦਾ ਉਸ ਨੂੰ ਬਣਾਉਣਾ ਕੀਤਾ। ਇਹ ਸ਼ਬਦ ਮੇਰੇ ਸਤਿਗੁਰੂ ਜੀ ਨੇ ਉਸ ਵਕਤ ਉਚਾਰੇ ਹਨ। ਆਓ ਸੰਗਤ ਜੀ ਮਨ ਬਿਰਤੀ ਨੂੰ ਇਕਾਗਰ ਕਰਕੇ ਆਪ ਸੰਗਤਾਂ ਆਏ ਹੋਏ ਸ਼੍ਰੀ ਮੁਖਵਾਕ ਦੀ ਕਥਾ ਸਰਵਣ ਕਰੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪਹਿਲਾ। ਸੂਹੀ ਰਾਗ ਵਿੱਚ ਪਹਿਲੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਘਰ ਛੇਵੇਂ ਘਰ ਸੁਰਤਾਲ ਦੇ ਅੰਦਰ ਇਹ ਪਾਵਨ ਪਵਿੱਤਰ ਸ਼ਬਦ ਉਚਾਰਨ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਅਦਵੈਤ ਸਰੂਪ ਪਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਸਤ ਨਾਸ ਤੋਂ ਰਹਿਤ ਹੈ, ਗੁਰ ਚੇਤਨ ਸਰੂਪ ਹੈ, ਪ੍ਰਸਾਦ ਆਨੰਦ ਸਰੂਪ ਹੈ। ਐਸਾ ਵਸਤੂ ਨਿਰਦੇਸ਼ ਮੰਗਲ ਕੀਤਾ ਹੈ ਸਤਿਗੁਰਾਂ ਨੇ, ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਸਨ। ਰਹਾਉ ਦੀਆਂ ਪੰਕਤੀਆਂ ਤੋਂ ਸ਼ਬਦ ਦਾ ਸਿਧਾਂਤ ਪ੍ਰਾਰੰਭ ਹੁੰਦਾ ਹੈ। ਮਹਾਰਾਜ ਕਹਿੰਦੇ ਸੱਜਣ ਉਹ ਹੈ ਜਿਹੜਾ ਦੁੱਖ ਦੇ ਵਿੱਚ ਵੀ ਨਾਲ ਚੱਲ ਕੇ ਸਹਾਇਤਾ ਕਰੇ, ਉਸ ਨੂੰ ਅਸਲੀ ਸੱਜਣ ਕਿਹਾ ਜਾਂਦਾ। ਲੋਕ ਪ੍ਰਲੋਕ ਦੇ ਵਿੱਚ ਜਿਹੜਾ ਦੁੱਖਾਂ ਤੋਂ ਬਚਾਵੇ, ਉਹੀ ਅਸਲ ਸੱਜਣ ਮਿੱਤਰ ਪਿਆਰਾ ਹੁੰਦਾ ਹੈ। ਉਹ ਸੱਜਣ ਨਹੀਂ ਹੈ ਬਾਹਰੋਂ ਸੱਜਣ ਬਣੇ ਤੇ ਅੰਦਰੋਂ ਧੋਖਾ ਦੇਵੇ, ਕਪਟ ਕਰੇ, ਮਨ ਦੇ ਵਿੱਚ ਛਲ ਰੱਖੇ। ਬਾਹਰੋਂ ਤਾਂ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਲੋਕਾਂ ਨੂੰ ਫਸਾ ਲੈਣਾ ਤੂੰ, ਫਿਰ ਰਾਤ ਨੂੰ ਉਹਨਾਂ ਦਾ ਧਨ ਵਸਤਰ ਲੁੱਟ ਕੇ ਉਹਨਾਂ ਨੂੰ ਜਿਉਂਦਿਆਂ ਨੂੰ ਮਾਰ ਦਿੰਨਾ। ਤੇਰੇ ਨਾਲੋਂ ਵੱਡਾ ਹੋਰ ਕੌਣ ਪਾਪੀ ਹੈ? ਤੂੰ ਤਾਂ ਸਭ ਤੋਂ ਵੱਡਾ ਪਾਪੀ ਹੈ। ਜਿਵੇਂ ਸ਼ਿਕਾਰੀ ਜਿਹੜਾ ਹੈ ਉਹ ਚੋਗਾ ਖਿਲਾਰ ਕੇ ਇੱਕ ਪਾਸੇ ਉਹਨੇ ਸਾਧ ਸੰਗਤ ਜੀ
ਜਾਲ ਲਾਇਆ ਹੁੰਦਾ ਹੈ। ਜਦੋਂ ਜਾਨਵਰ ਆਪਣੀ ਮਸਤੀ ਵਿੱਚ ਚੋਗਾ ਚੁਗਣ ਲੱਗ ਜਾਂਦੇ ਆ, ਫਿਰ ਉਹ ਜਾਲ ਸਿੱਟ ਕੇ ਸਾਰੇ ਪੰਛੀਆਂ ਨੂੰ ਫੜ ਲੈਂਦਾ ਹੈ। ਚੋਗਾ ਖਿਲਾਰਦਾ ਉਹਨਾਂ ਨੂੰ ਫਸਾਉਣ ਲਈ, ਦਿਖਾਵੇ ਦਾ ਇਹ ਪੁੰਨ ਕਰਦਾ ਵੀ ਮੈਂ ਬੜਾ ਪੁੰਨ ਕਰ ਰਿਹਾ, ਪੰਛੀਆਂ ਨੂੰ ਦਾਣਾ ਪਾ ਰਿਹਾ, ਪਰ ਅੰਦਰ ਉਹਦੇ ਕਪਟ ਹੁੰਦਾ, ਛਲ ਹੁੰਦਾ ਕਿ ਉਹ ਧਰਮੀ ਬਣ ਕੇ ਦਿਖਾਉਂਦਾ ਵੀ ਪੰਛੀਆਂ ਨੂੰ ਮੈਂ ਦਾਣਾ ਪਾ ਰਿਹਾ ਹਾਂ, ਪਰ ਉਹਦੀ ਮਨਸ਼ਾ ਜਿਹੜੀ ਆ, ਅੰਦਰੋਂ ਮਨ ਦੀ ਖੋਟ ਹੈ, ਉਹਨਾਂ ਪੰਛੀਆਂ ਦਾ ਸ਼ਿਕਾਰ ਕਰਕੇ ਮਾਰ ਕੇ ਉਹਨਾਂ ਨੂੰ ਖਾਣ ਦੀ ਹੁੰਦੀ ਹੈ। ਇਸ ਕਰਕੇ ਕਹਿੰਦੇ ਤੇਰੀ ਹਾਲਤ ਐਸੀ ਹੈ, ਦਿਖਾਵਾ ਜਿਹੜਾ ਚੋਗਾ ਹੈ ਉਹ ਤੂੰ ਧਰਮ ਦਾ ਖਿਲਾਰਿਆ ਹੋਇਆ, ਲੋਕ ਵਿਚਾਰੇ ਭੋਲੇ ਭਾਲੇ ਤੇਰੇ ਕੋਲੇ ਆ ਕੇ ਫਸ ਜਾਂਦੇ ਆ ਵੀ ਇਹ ਧਾਰਮਿਕ ਸਥਾਨ ਹੈ, ਬੜਾ ਧਰਮੀ ਪੁਰਸ਼ ਹੈ, ਬੜੀ ਮਾਲਾ ਘਮਾਉਂਦਾ ਹੈ, ਬੜੇ ਸਫੇਦ ਰੰਗ ਦੇ ਵਸਤਰ ਪਾਇਆ, ਤਿਲਕ ਵੀ ਲਾਇਆ ਹੋਇਆ ਹੈ, ਆਪਣਾ ਲਿਬਾਸ ਇਹੋ ਜਿਹਾ ਬਣਾਇਆ, ਜੇ ਮੁਸਲਮਾਨ ਵੇਖਦੇ ਆ ਤਾਂ ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਵੀ ਇਹ ਕੋਈ ਉੱਚ ਦਰਜੇ ਦਾ ਪੀਰ ਹੈ, ਜੇ ਕੋਈ ਹਿੰਦੂ ਵੇਖਦਾ ਤਾਂ ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਵੀ ਇਹ ਸਾਡਾ ਕੋਈ ਵੱਡਾ ਸੰਤ ਮਹਾਤਮਾ ਹੈ। ਸਾਰਿਆਂ ਨੂੰ ਖੁਸ਼ ਰੱਖਣ ਵਾਸਤੇ ਤੂੰ ਸਾਰਿਆਂ ਦੇ ਧਰਮ ਸਥਾਨ ਬਣਾਏ ਹੋਏ ਹੈ। ਮੁਸਲਮਾਨਾਂ ਦੀ ਮਸੀਤ, ਹਿੰਦੂਆਂ ਦਾ ਮੰਦਿਰ ਵੀ ਬਣਾਈ ਬੈਠਾ ਹੈ। ਜਿਵੇਂ ਅੱਜ ਕੱਲ੍ਹ ਵੀ ਕਈ ਦੰਭੀ ਪਖੰਡੀ ਸਾਧ ਸੰਗਤ ਜੀ ਦੁਨੀਆ ਨੂੰ, ਲੋਕਾਂ ਨੂੰ, ਭੋਲੇ ਭਾਲੇ ਲੋਕਾਂ ਨੂੰ ਲੁੱਟਣ ਵਾਸਤੇ ਆਪਣੇ ਡੇਰਿਆਂ ਵਿੱਚ ਮਸੀਤਾਂ ਵੀ ਬਣਾਈ ਰੱਖਦੇ ਆ, ਕਬਰਾਂ ਵੀ ਬਣਾਈ ਰੱਖਦੇ ਆ, ਮੰਦਿਰ ਵੀ ਬਣਾ ਲੈਂਦੇ ਆ, ਗੁਰਦੁਆਰਾ ਵੀ ਬਣਾ ਕੇ ਗੁਰੂ ਸਾਹਿਬ ਦਾ ਪ੍ਰਕਾਸ਼ ਕਰ ਲੈਂਦੇ ਆ। ਇਉਂ ਲੋਕਾਂ ਨੂੰ, ਭੋਲੇ ਭਾਲਿਆਂ ਨੂੰ ਫਸਾ ਕੇ ਲੁੱਟਣ ਦੇ ਇਹਨਾਂ ਲੋਕਾਂ ਨੇ ਸਾਰੇ ਇਹ ਪ੍ਰਪੰਚ ਬਣਾਏ ਹੋਏ ਹਨ। ਸੋ ਸਾਧ ਸੰਗਤ ਜੀ, ਇਸ ਤਰ੍ਹਾਂ ਦੀ ਜਿਹੜੀ ਉਦੋਂ ਹਾਲਤ ਸੀ, ਅੱਜ ਵੀ ਇਹੋ ਜਿਹੀ ਹਾਲਤ ਬਹੁਤ ਲੋਕਾਂ ਨੇ ਬਣਾ ਕੇ ਰੱਖੀ ਹੋਈ ਹੈ। ਸੋ ਮਹਾਰਾਜ ਕਹਿੰਦੇ ਤੂੰ ਸੱਜਣਾ ਵਾਲੇ ਕੰਮ ਨਹੀਂ ਕਰਦਾ, ਤੂੰ ਤਾਂ ਬਈ ਠੱਗਾਂ ਵਾਲੇ, ਜਿਵੇਂ ਠੱਗ ਚੋਰ ਹਨੇਰੇ ਵਿੱਚ ਚੋਰੀ ਕਰਦਾ, ਜਿਹੜਾ ਠੱਗ ਹੁੰਦਾ ਉਹ ਦਿਨੇ ਠੱਗਦਾ ਲੋਕਾਂ ਨੂੰ ਸਾਹਮਣੇ, ਇਸ ਤਰ੍ਹਾਂ ਤੂੰ ਤਾਂ ਬਹੁਤ ਵੱਡਾ ਠੱਗ ਹੈ। ਔਰ ਤੇਰਾ ਲਿਬਾਸ ਕਿਹੋ ਜਿਹਾ ਹੈ। ਹੁਣ ਆਰੰਭ ਦੀਆਂ ਪੰਕਤੀਆਂ ਤੋਂ ਸਤਿਗੁਰੂ ਜੀ ਇਹ ਪਰਮ ਪਵਿੱਤਰ ਉਪਦੇਸ਼ ਪ੍ਰਾਰੰਭ ਕਰਦੇ ਹਨ। ਉਜਲ ਕਹਿਆ ਚਿਲਕਣਾ, ਕਹਿਆ ਨਾਮ ਕਾਂਸੀ ਦਾ ਬਰਤਨ, ਮਾਝੇ 'ਚ ਕਹਿਆ ਵੀ ਕਹਿ ਦਿੰਦੇ ਆ, ਕਈ ਥਾਵਾਂ ਤੇ ਕਾਂਸੀ ਦਾ ਬਰਤਨ ਵੀ ਉਸ ਨੂੰ ਕਿਹਾ ਜਾਂਦਾ ਹੈ। ਜਿਹੜਾ ਕਹਿ ਦਾ ਕਾਂਸੀ ਦਾ ਬਰਤਨ ਹੁੰਦਾ ਨਾ ਸਾਧ ਸੰਗਤ ਜੀ, ਦੇਖਣ ਵਿੱਚ ਬੜਾ ਉਜਲ ਹੁੰਦਾ, ਚਿੱਟਾ ਐਨ, ਤੇ ਚਿਲਕਣਾ ਲਿਸ਼ਕਦਾ ਵੀ ਬੜਾ ਹੈ। ਘੋਟਮ ਕਾਲੜੀ ਮਸ, ਪਰ ਜਦੋਂ ਉਹਨੂੰ ਘੋਟੀਏ ਨਾ, ਘਸਾਈਏ, ਮਾਂਜੀਏ, ਬਾਰ-ਬਾਰ ਉਹਦੇ ਤੇ ਹੱਥ ਫੇਰੀਏ ਤਾਂ ਸਾਧ ਸੰਗਤ ਜੀ ਬਾਰ-ਬਾਰ ਮਸ ਨਾਮ ਕਾਲਖ ਦਾ ਹੈ। ਕਾਲੀ ਸਿਆਹ ਕਾਲੀ ਜਿਹੜੀ ਕਾਲਖ ਹੈ ਨਾ, ਮਸ, ਉਹ ਹੱਥਾਂ ਨੂੰ ਲੱਗ ਜਾਂਦੀ ਹੈ, ਉਹਦੇ ਨਾਲ ਹੱਥ ਕਾਲੇ ਹੋ ਜਾਂਦੇ ਹੈ। ਦੇਖਣ ਨੂੰ ਉਹ ਬੜਾ ਚਮਕਦਾ ਵੀ ਹੈ ਤੇ ਬੜਾ ਸਫੇਦ ਰੰਗ ਦਾ ਵੀ ਹੁੰਦਾ ਹੈ। ਜਿਹੜੇ ਵੈਸ਼ਨੂ ਲੋਕ ਹੈ ਨਾ, ਵੈਸ਼ਨੂ, ਉਹ ਕਾਂਸੀ ਦੇ ਬਰਤਨ ਨੂੰ ਸੁੱਚਾ ਨਹੀਂ ਮੰਨਦੇ। ਉਹ ਕਹਿੰਦੇ ਹਮੇਸ਼ਾ ਹੀ ਝੂਠਾ ਰਹਿੰਦਾ, ਇਸ ਕਰਕੇ ਉਹਦੀ ਵਰਤੋਂ ਨਹੀਂ ਕਰਦੇ ਵੈਸ਼ਨਵ ਜਿਹੜੇ ਸਾਧੂ ਹਨ। ਇਸ ਕਰਕੇ ਮਹਾਰਾਜ ਉਹ ਕਹਿ ਦੀ ਕਾਂਸੀ ਦੀ ਉਦਾਹਰਣ ਦੇ ਰਹੇ ਹੈ ਕਿ ਉਜਲ ਕਹਿਆ ਚਿਲਕਣਾ ਘੋਟਮ ਕਾਲੜੀ ਮਸ। ਇਸੇ ਤਰ੍ਹਾਂ ਚਿੱਟੇ ਰੰਗ ਦੇ ਬੜੇ ਸੁੰਦਰ ਤੇਰੇ ਵਸਤਰ ਪਾਏ ਹੋਏ ਹੈ, ਔਰ ਬੜੀ ਲਿਸ਼ਕ ਪੁਸ਼ਕ ਬਣਾਈ ਹੋਈ ਹੈ ਦੁਨੀਆ ਨੂੰ ਠੱਗਣ ਵਾਸਤੇ। ਤਰ੍ਹਾਂ ਤਰ੍ਹਾਂ ਦੇ ਐਸੇ ਆਪਣੇ ਚਿਹਰੇ ਦੇ ਉੱਤੇ ਇਹੋ ਜਿਹੀਆਂ ਚੀਜ਼ਾਂ ਲਾਈਆਂ ਹੋਈਆਂ ਜਿਹੜਾ ਲੋਕਾਂ ਨੂੰ ਲੱਗੇ ਵੀ ਇਹਦੇ ਚਿਹਰੇ ਤੇ ਬੜਾ ਨੂਰ ਹੈ, ਬੜੀ ਚਮਕ ਹੈ। ਬਈ ਗੁਰਮੁਖਾਂ ਦੇ ਨਾਮ ਜਪਣ ਵਾਲਿਆਂ ਦੇ, ਭਗਤੀ ਕਰਨ ਵਾਲਿਆਂ ਤੇ ਤਾਂ ਭਗਤੀ ਦਾ ਨੂਰ ਹੁੰਦਾ ਹੈ। ਲਾਲ ਰੰਗ ਤਿਸ ਕੋ ਲੱਗਾ ਜਿਸਕੇ ਵਡਭਾਗਾ, ਮੈਲਾ ਕਦੇ ਨਾ ਹੋਵੇ ਨਾ ਲਾਗੇ ਦਾਗਾ। ਉਹ ਨੂਰ ਦਾ ਪ੍ਰਤਾਪ ਹੁੰਦਾ। ਉਹ ਨੂਰ ਕੀ ਹੈ ਕਿ ਜਿਨ੍ਹਾਂ ਦੇ
ਮਸਤਕ ਦੇ ਉੱਤੇ ਭਗਤੀ ਦਾ ਨੂਰ ਹੁੰਦਾ ਸਾਧ ਸੰਗਤ ਜੀ, ਅਸਲੀ ਨੂਰ ਹੁੰਦਾ ਨਾ ਜਿਨ੍ਹਾਂ ਦੇ। ਕਈ ਬੰਦੇ ਦਵਾਈਆਂ ਖਾ ਖਾ ਕੇ, ਕੁਸਤੇ ਖਾ ਖਾ ਕੇ ਆਪਣੇ ਚਿਹਰੇ ਦਾ ਬੜਾ ਲਾਲ ਰੰਗ ਬਣਾਉਂਦੇ ਆ। ਕਈ ਕਈ ਕਿਸਮ ਦੀਆਂ ਕੋਈ ਚੀਜ਼ਾਂ ਵੀ ਲਾ ਲੈਂਦੇ ਆ ਲੋਕਾਂ ਨੂੰ ਭੁਲੇਖਾ ਪਾਉਣ ਵਾਸਤੇ। ਅੱਖਾਂ ਵਿੱਚ ਐਸਾ ਦਾਰੂ ਪਾ ਲੈਣਾ ਵੀ ਅੱਖਾਂ ਬੜੀਆਂ ਲਾਲ, ਲੋਕਾਂ ਨੂੰ ਲੱਗੇ ਵੀ ਬੜੀ ਖੁਮਾਰੀ ਹੈ। ਇਸ ਤਰ੍ਹਾਂ ਦੀ ਹਾਲਤ ਬਣਾਉਂਦੇ ਆ। ਇਹ ਪਦਾਰਥਾਂ ਦਾ ਖਾ ਕੇ ਬਣਾਇਆ ਹੋਇਆ ਲਾਲ ਰੰਗ ਇਹ ਭਗਤੀ ਦਾ ਰੰਗ ਨਹੀਂ ਹੈ। ਭਗਤੀ ਦਾ ਰੰਗ ਜਿਨ੍ਹਾਂ ਦੇ ਉੱਤੇ ਨੂਰ ਹੁੰਦਾ ਹੈ ਨਾ, ਉਹਨਾਂ ਦੀ ਤਾਂ ਅਵਸਥਾ ਇਹ ਹੁੰਦੀ ਆ, ਆਵੈ ਸਾਹਿਬ ਚਿੱਤ ਤੇਰਿਆਂ ਭਗਤਾਂ ਡਿਠਿਆ, ਮਨ ਕੀ ਕਟਿਐ ਮੈਲ ਸਾਧ ਸੰਗ ਉੱਠਿਆ। ਉਹਨਾਂ ਦੇ ਦਰਸ਼ਨ ਕਰਕੇ ਵਾਹਿਗੁਰੂ ਪਰਮੇਸ਼ਰ ਦੀ ਯਾਦ ਅੰਦਰ ਸਫੁਰਨ ਹੋ ਜਾਂਦੀ। ਧੰਨ ਬਾਬਾ ਸ਼ਾਮ ਸਿੰਘ ਜੀ ਮਹਾਂਪੁਰਖ, ਜਿਨ੍ਹਾਂ ਨੇ 72 ਸਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕੀਰਤਨ ਕੀਤਾ। ਬੜੀ ਵੱਡੀ ਘਾਲਣਾ ਉਹਨਾਂ ਮਹਾਂਪੁਰਖਾਂ ਨੇ ਘਾਲੀ। ਜਿਹੜਾ ਆਸਾ ਜੀ ਦੀ ਵਾਰ ਤੋਂ ਪਹਿਲਾਂ 1 ਘੰਟਾ ਤ੍ਰਿਪਹਿਰੇ ਦਾ ਕੀਰਤਨ ਹੁੰਦਾ, ਇਹ ਉਹਨਾਂ ਮਹਾਂਪੁਰਖਾਂ ਨੇ ਇਹ ਸੇਵਾ ਆਪਣੇ ਜੀਵਨ ਕਾਲ ਵਿੱਚ ਆਰੰਭ ਕੀਤੀ ਸੀ। ਔਰ ਅੰਮ੍ਰਿਤ ਵੇਲੇ ਆਪ ਚੱਕੀ ਨਾਲ ਆਟਾ ਪੀਸ ਕੇ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ, ਜਿਹੜੀ ਅੰਮ੍ਰਿਤ ਵੇਲੇ ਕੜਾਹ ਪ੍ਰਸ਼ਾਦ ਦੀ ਦੇਗ ਹਰਿਮੰਦਰ ਸਾਹਿਬ ਆਉਂਦੀ, ਉਹ ਆਪਣੇ ਸੀਸ ਤੇ ਪਰਾਤ ਚੁੱਕ ਕੇ ਲਿਆਉਂਦੇ ਸਨ। ਆਪ ਹੱਥੀਂ ਚੱਕੀ ਨਾਲ ਆਟਾ ਪੀਸਣਾ, ਆਪ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਨੀ, ਆਪ ਫਿਰ ਹਰਿਮੰਦਰ ਸਾਹਿਬ ਲੈ ਕੇ ਆਉਣੀ। ਫਿਰ ਅੰਮ੍ਰਿਤ ਵੇਲੇ ਦੀ ਪਹਿਲੀ ਚੌਂਕੀ ਹਰਿਮੰਦਰ ਸਾਹਿਬ ਕੀਰਤਨ ਕਰਕੇ ਫਿਰ ਸ੍ਰੀ ਅਕਾਲ ਤਖਤ ਸਾਹਿਬ ਜਾ ਕੇ ਆਸਾ ਜੀ ਦੀ ਵਾਰ ਦਾ ਸੰਪੂਰਨ ਕੀਰਤਨ। ਉਸ ਤੋਂ ਬਾਅਦ ਵਾਲੀ ਚੌਂਕੀ ਬਾਬਾ ਟਲ ਰਾਏ ਸਾਹਿਬ ਜੀ ਵਿਖੇ ਕੀਰਤਨ ਦੀ ਚੌਂਕੀ ਭਰਨੀ ਉਹਨਾਂ ਨੇ। ਬੜੀ ਕਰਨੀ ਵਾਲੀ ਮਹਾਨ ਆਤਮਾ, ਪੂਰਨ ਬ੍ਰਹਮ ਗਿਆਨੀ ਮਹਾਂਪੁਰਖ ਹੋਏ ਧੰਨ ਬਾਬਾ ਸ਼ਾਮ ਸਿੰਘ ਸਾਹਿਬ ਜੀ। ਉਹਨਾਂ ਦੇ ਸਮੇਂ ਦੇ ਗੁਰਸਿੱਖਾਂ ਨੇ ਦੱਸਿਆ ਕਿ ਜਦੋਂ ਭਾਈ ਉਹਨਾਂ ਦੇ ਕੋਈ ਦਰਸ਼ਨ ਕਰਨ ਜਾਂਦਾ ਸੀ ਨਾ, ਤਾਂ ਦਰਸ਼ਨ ਕਰਨ ਵਾਲੇ ਨਾਲ ਦੁਨਿਆਵੀ ਗੱਲਾਂ ਨਹੀਂ ਕਰਦੇ ਸਨ। ਉਹਨਾਂ ਨੇ ਇੱਕੋ ਗੱਲ ਕਹਿਣੀ, ਗੁਰਮੁਖੋ ਮੈਂ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਦਾ ਕੂਕਰ ਹਾਂ, ਤੁਸੀਂ ਮੈਨੂੰ ਦਰਸ਼ਨ ਦਿੱਤੇ ਹੈ, ਤੁਹਾਡੇ ਦਰਸ਼ਨ ਕਰਕੇ ਮੈਂ ਭਾਗਾਂ ਵਾਲਾ ਬਣ ਗਿਆ। ਤੇ ਆਪਾਂ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਵਾਈਏ। ਸਰੰਦੇ ਨਾਲ ਆਏ ਪ੍ਰੇਮੀਆਂ ਨੂੰ ਗੁਰਬਾਣੀ ਦਾ ਇੱਕ ਸ਼ਬਦ ਸੁਣਾ ਦੇਣਾ ਉਹਨਾਂ ਨੇ। ਤੇ ਸਾਧ ਸੰਗਤ ਜੀ, ਐਸੀ ਅਵਸਥਾ ਸੀ ਕਹਿੰਦੇ ਉਹਨਾਂ ਮਹਾਂਪੁਰਖਾਂ ਦੀ, ਜਦੋਂ ਕੋਈ ਗੁਰਮੁਖ ਨਿਰਮਲ ਆਤਮਾ ਉਹਨਾਂ ਦੇ ਪਾਸ ਬੈਠਦੀ ਸੀ ਨਾ ਜਾ ਕੇ, ਤੇ ਉਹਦੇ ਹਿਰਦੇ ਵਿੱਚ ਉਹਨਾਂ ਦੇ ਦਰਸ਼ਨ ਕਰਕੇ ਹੀ ਵਾਹਿਗੁਰੂ ਦਾ ਨਾਮ ਆਪਣੇ ਆਪ ਚੱਲ ਪੈਂਦਾ ਸੀ। ਵਾਹਿਗੁਰੂ ਸਿਮਰਨ, ਵਾਹਿਗੁਰੂ ਨਾਮ ਦਾ ਜਾਪ ਆਪਣੇ ਆਪ ਹੀ ਚੱਲ ਪੈਂਦਾ ਸੀ। ਐਸਾ ਉਹਨਾਂ ਦਾ ਪ੍ਰਤਾਪ ਸੀ ਮਹਾਂਪੁਰਖਾਂ ਦਾ। ਐਸੀ ਕਰਨੀ ਵਾਲੀ ਆਤਮਾਵਾਂ ਹੋਏ। ਐਸੇ ਜਿਹੜੇ ਅਸਲੀ ਜਿਨ੍ਹਾਂ ਦੇ ਉੱਤੇ ਭਗਤੀ ਦਾ ਰੰਗ ਚੜ੍ਹਿਆ ਹੁੰਦਾ, ਅਸਲੀ ਮਸਤਕ, ਨੂਰਾਨੀ ਮਸਤਕ ਜਿਨ੍ਹਾਂ ਦਾ ਹੁੰਦਾ, ਉਹਨਾਂ ਦੇ ਦਰਸ਼ਨ ਕਰਕੇ ਭਾਈ ਉਹ ਜਿਹੜਾ ਨੂਰ ਹੈ ਨਾ, ਉਸ ਨਾਲ ਤਪੇ ਹੋਏ ਮਨ ਵੀ ਸ਼ਾਂਤ ਹੋ ਜਾਂਦੇ। ਛਲੋਨੇ ਵਾਲੇ ਬਾਬਾ ਜੀ ਗਵਾਲੀਅਰ ਦੇ ਇਲਾਕੇ ਵਿੱਚ ਹੋਏ। ਉਹਨਾਂ ਦੀ ਜੀਵਨ ਗਾਥਾ ਮਹਾਂਪੁਰਖ ਡਾਕਟਰ ਭਾਈ ਵੀਰ ਸਿੰਘ ਜੀ ਨੇ ਲਿਖੀ ਹੈ ਸੰਤ ਗਾਥਾ ਦੇ ਵਿੱਚ। ਉਹ ਇੰਨੀ ਕਰਨੀ ਦੇ ਮਾਲਕ ਸਨ, ਗੁਰੂ ਘਰ ਦੇ ਅਨੰਨ ਸ਼ਰਧਾਲੂ ਪ੍ਰੇਮੀ ਸਨ। ਵੱਡੇ ਤੋਂ ਵੱਡਾ ਕੋਈ ਰਾਜਾ, ਕੋਈ ਦੁਖੀ, ਗਰੀਬ, ਕੰਗਾਲ ਕੋਈ ਵੀ ਆਉਣਾ, ਉਹਨਾਂ ਨੇ ਕਹਿਣਾ ਭਾਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾ ਕੇ ਦਰਸ਼ਨ ਕਰੋ, ਉੱਥੋਂ ਤੁਹਾਡੇ ਦੁੱਖ ਕੱਟੇ ਜਾਣੇ ਆ। ਚੋਬੇ ਰਾਏ ਵਿਨਾਇਕ ਨੂੰ, ਜਿਹੜਾ ਮੁਸੀਬਤਾਂ ਦਾ ਮਾਰਿਆ ਹੋਇਆ ਉਸ ਇਲਾਕੇ ਦਾ ਬਹੁਤ ਵੱਡਾ ਸਰਦਾਰ ਸੀ, ਹਰਿਮੰਦਰ ਸਾਹਿਬ ਭੇਜਿਆ ਉਹਨਾਂ ਨੇ। ਉਹ ਪੈਦਲ ਚੱਲ ਕੇ ਆਇਆ। ਜਦੋਂ ਇੱਥੇ ਆ ਕੇ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕੀਤਾ, ਦਰਸ਼ਨ ਕੀਤੇ, ਦੇਗ ਕਰਾਈ, ਵਾਪਸ ਗਿਆ। ਜਾਂਦਿਆਂ ਨੂੰ ਸਾਰੀਆਂ ਮੁਸੀਬਤਾਂ ਖਤਮ ਹੋ ਚੁੱਕੀਆਂ ਸਨ। ਉਹ ਮਹਾਂਪੁਰਖਾਂ ਦਾ ਵੀ ਇਸੇ ਤਰ੍ਹਾਂ ਦੱਸਦੇ ਆ ਵੀ ਗਵਾਲੀਅਰ ਦੇ ਰਾਜੇ ਨੇ ਇੱਕ ਵਾਰੀ ਉਹਨਾਂ ਨੂੰ ਬੇਨਤੀ ਕੀਤੀ ਕਿ ਮਹਾਂਪੁਰਖੋ, ਮੇਰਾ
ਰਣਵਾਸ ਭਾਵ ਜਿੰਨੀਆਂ ਰਾਣੀਆਂ ਤੁਹਾਡੇ ਦਰਸ਼ਨ ਕਰਨਾ ਚਾਹੁੰਦੀਆਂ ਹਨ। ਮਹਾਂਪੁਰਖ ਕਹਿਣ ਲੱਗੇ ਰਾਜਨ ਵੀ ਸਾਡੇ ਸਰੀਰ ਤੇ ਤਾਂ ਕੋਈ ਤੇੜ ਤੇ ਹੀ ਬਸਤਰ ਹੈ, ਤਨ ਤੇ ਕੋਈ ਬਸਤਰ ਨਹੀਂ। ਬਸਤਰਾਂ ਤੋਂ ਬਿਨਾਂ ਬੀਬੀਆਂ ਨੂੰ ਦਰਸ਼ਨ ਦੇਣੇ ਜਾਂ ਉਹਨਾਂ ਦੇ ਮੱਥੇ ਲੱਗਣਾ ਗੁਰੂ ਘਰ ਦੀ ਮਰਜ਼ਾਦਾ ਨਹੀਂ ਹੈ। ਕਹਿਣ ਲੱਗਾ ਜੀ ਬਸਤਰ ਬਣਵਾ ਦਿੰਨਾ। ਕਹਿੰਦੇ ਠੀਕ ਹੈ, ਫਿਰ ਇੱਕ ਬਸਤਰ ਤਨ ਨੂੰ ਢਕਣ ਦਾ ਬਣਵਾ ਦੇ, ਫਿਰ ਬੀਬੀਆਂ ਨੂੰ ਲੈ ਕੇ ਆਈ ਸਾਡੇ ਪਾਸ। ਇਸ ਤਰ੍ਹਾਂ ਇਹ ਮਰਜ਼ਾਦਾ ਨਹੀਂ ਹੈ ਕਿ ਬਿਨਾਂ ਸਰੀਰ ਢਕੇ ਤੋਂ ਬੀਬੀਆਂ ਨੂੰ ਦਰਸ਼ਨ ਦਈਏ। ਇਹ ਗੁਰੂ ਘਰ ਦੀ ਪਰੰਪਰਾ ਨਹੀਂ ਹੈ। ਪੂਰੀ ਇੱਜ਼ਤ ਪੱਤ ਦੇ ਸਹਿਤ ਆਪ ਵੀ ਰਹਿਣਾ ਤੇ ਦੂਸਰਿਆਂ ਦਾ ਵੀ ਸਨਮਾਨ ਸਤਿਕਾਰ ਰੱਖਣਾ। ਜਦੋਂ ਦਰਜੀ ਨੂੰ ਲੈ ਕੇ ਆਇਆ ਨਾ, ਦਰਜੀ ਨੂੰ ਰਾਜਾ ਕਹਿੰਦਾ ਵੀ ਦੂਰੋਂ ਹੀ ਮੇਚ ਲੈ ਲਈ, ਨੇੜੇ ਨਹੀਂ ਉਹਨਾਂ ਨੇ ਤੇਰੇ ਆਉਣਾ। ਜੇ ਬਸਤਰ ਪੂਰੇ ਪੂਰੇ ਮੇਚ ਆ ਗਏ ਫਿਰ ਤੂੰ ਜੋ ਇਨਾਮ ਮੰਗੇਗਾ ਮੈਂ ਤੈਨੂੰ ਦਿਆਂਗਾ। ਜਦੋਂ ਦਰਜੀ ਨੇ ਸਾਧ ਸੰਗਤ ਜੀ, ਮੁਸਲਮਾਨ ਉਹ ਦਰਜੀ ਸੀ ਦੱਸਦੇ ਹੈ, ਉਦੋਂ ਹੱਥਾਂ ਨਾਲ ਹੀ ਬਸਤਰ ਸੀਆਂ ਕਰਦੇ ਸਨ। ਜਦੋਂ ਮੁਸਲਮਾਨ ਦਰਜੀ ਆਇਆ ਨਾ, ਦੂਰੋਂ ਸੰਤਾਂ ਦੇ ਦਰਸ਼ਨ ਕੀਤੇ। ਦਰਸ਼ਨ ਕਰਦਿਆਂ ਅੱਖਾਂ ਵਿੱਚੋਂ ਅਥਰੂ ਚੱਲ ਪਏ, ਆਪਣੇ ਆਪ ਵੈਰਾਗ ਕਰਨ ਲੱਗ ਪਿਆ। ਗਵਾਲੀਅਰ ਦਾ ਰਾਜਾ ਪੁੱਛਣ ਲੱਗਾ ਕੀ ਕਾਰਨ ਹੈ? ਕਹਿਣ ਲੱਗਾ ਮੈਂ ਬਹੁਤ ਵੱਡਾ ਪਾਪੀ ਹਾਂ, ਪਰ ਦੂਰੋਂ ਹੀ ਇਸ ਮਹਾਤਮਾ ਦੇ ਦਰਸ਼ਨ ਹੋਏ, ਅਲਾਹੀ ਦਰਸ਼ਨ। ਕਹਿੰਦਾ ਮੈਨੂੰ ਇਹਨਾਂ ਵਿੱਚੋਂ ਖੁਦਾ ਦਾ ਨੂਰ ਨਜ਼ਰ ਆਇਆ। ਅੱਜ ਮੈਂ ਬਹੁਤ ਵੱਡਾ ਪਾਪੀ ਹਾਂ, ਬੇਸਵਾਗਾਮੀ ਹਾਂ, ਰੋਜ਼ ਬੇਸਵਾ ਦੇ ਦੁਆਰੇ ਜਾਣਾ ਮੈਂ, ਰੋਜ਼ ਬਿਨਾਂ ਨਾਗਾ। ਪਰ ਇਸ ਖੁਦਾ ਦੇ ਨੂਰ ਦੇ ਦਰਸ਼ਨ ਕਰਕੇ ਨਾ, ਇਸ ਫਕੀਰ ਦੇ, ਇਸ ਮਹਾਤਮਾ ਦੇ ਦਰਸ਼ਨ ਕਰਕੇ ਮੇਰੇ ਮਨ ਨੇ ਤੋਬਾ ਕਰ ਲਈ ਕਿ ਅੱਜ ਤੋਂ ਬਾਅਦ ਬੇਸਵਾ ਦੇ ਦੁਆਰੇ ਨਹੀਂ ਜਾਣਾ, ਪਾਪ ਨਹੀਂ ਕਰਨਾ ਏ, ਧਰਮ ਦੇ ਸਹਿਤ ਆਪਣਾ ਜੀਵਨ ਨਿਭਾਉਣਾ। ਮੈਂ ਆਪਣੇ ਪਾਪਾਂ ਦਾ ਪਛਤਾਤਾਪ ਕਰ ਰਿਹਾ ਵੀ ਇਹ ਕੈਸੀ ਹਸਤੀ ਹੈ ਜਿਹਦੇ ਦਰਸ਼ਨ ਕਰਕੇ ਅੰਦਰੋਂ ਆਤਮਾ ਝੰਡੋੜੀ ਗਈ, ਅੰਦਰੋਂ ਮਨ ਮੁੜ ਗਿਆ, ਵਿੱਚੋਂ ਮਾਰ ਕੱਢੀਆਂ ਬੁਰਾਈਆਂ, ਬੁਰੇ ਔਗਣੇ ਦੇ ਦਰਸ਼ਨਾਂ ਨੇ ਮੇਰੇ ਮਨ ਵਿੱਚੋਂ ਦੂਰ ਕਰ ਦਿੱਤੇ। ਸੋ ਸਾਧ ਸੰਗਤ ਜੀ, ਐਸੇ ਗੁਰਮੁਖਾਂ ਦੇ, ਮਹਾਤਮਾ ਜਨਾਂ ਦੇ ਦਰਸ਼ਨ ਕਰਕੇ ਪਾਪੀਆਂ ਦੇ ਪਾਪ ਛੁੱਟ ਜਾਂਦੇ ਆ। ਉਹ ਨੂਰੀ ਦਰਸ਼ਨ ਹੁੰਦਾ, ਉਹ ਚਿਹਰੇ ਦਾ ਪ੍ਰਤਾਪ, ਉਹ ਭਗਤੀ ਦਾ ਰੰਗ ਉਹਨਾਂ ਨੂੰ ਚੜਿਆ ਹੁੰਦਾ। ਲਾਲ ਰੰਗ ਤਿਸਕੋ ਲੱਗਾ ਜਿਸ ਕੇਵਡ ਭਾਗਾ, ਮੇਲਾ ਕਦੇ ਨਾ ਹੋਵੇ ਨਾ ਲਾਗੇ ਦਾਗਾ। ਮਹਾਰਾਜ ਕਹਿੰਦੇ ਵੀ ਸੱਜਣ ਤੂੰ ਤਾਂ ਠੱਗਾਂ ਵਾਲਾ ਰੰਗ ਬਣਾਇਆ ਦੁਨੀਆ ਨੂੰ ਫਸਾਉਣ ਲਈ। ਇਹੋ ਜਿਹੇ ਸੱਜਣ ਨਹੀਂ ਹੁੰਦੇ। ਉਜਲ ਕਹਿਹਾਂ ਚਿਲਕਣਾ, ਚਿੱਟਾ ਰੰਗ ਬੜਾ ਸੁੰਦਰ ਵਸਤਰਾਂ ਦੇ ਰੂਪ ਵਿੱਚ ਪਾਇਆ ਹੋਇਆ ਹੈ ਔਰ ਬੜਾ ਚਮਕਾਰੇ ਵੀ ਮਾਰ ਰਿਹਾ ਹੈ। ਪਰ ਕਹਿੰਦੇ ਜਦੋਂ ਘੋਟਮ ਕਾਲੜੀ ਮਸ, ਜਦੋਂ ਘੋਟਮ ਘੋਟਿਆ, ਖੋਜਿਆ, ਵਿਚਾਰਿਆ ਤਾਂ ਕੀ ਦੇਖਿਆ? ਅੰਦਰੋਂ ਕਾਲਖੀ ਨਿਕਲੀ। ਬਾਣਾ ਕਰਨੀ ਬਾਹਰਲੀ ਸਾਰੀ, ਕਥਨੀ ਕਹਿ ਲੋ, ਇਹ ਸੰਤਾਂ ਮਹਾਤਮਾ ਵਾਲੀ, ਪਰ ਕਰਨੀ ਪਾਪੀਆਂ ਵਾਲੀ। ਅੰਦਰੋਂ ਜਦੋਂ ਦੇਖਿਆ ਨਾ, ਘੋਟਿਆ, ਵਿਚਾਰਿਆ, ਦੇਖਿਆ ਤਾਂ ਅੰਦਰੋਂ ਪਾਪ ਹੀ ਪਾਪ ਨਿਕਲਦੇ ਆ ਰਹੇ ਆ। ਪਾਪਾਂ ਦੀ ਕਾਲਖੀ ਦਿਖਾਈ ਦੇ ਰਹੀ ਹੈ, ਹੋਰ ਕੁਝ ਵੀ ਨਜ਼ਰ ਨਹੀਂ ਆਉਂਦਾ ਹੈ। ਧੋਤਿਆ ਝੂਠ ਨਾ ਉਤਰੈ, ਜਿਵੇਂ ਕਹਿੰਦੇ ਬਰਤਨ ਨੂੰ 100 ਵਾਰੀ ਵੀ ਧੋ ਤਾਂ ਜਿਹੜੇ ਵੈਸ਼ ਨੂੰ ਕਰਮ ਕਾਂਡੀ ਉਹ ਕਹਿੰਦੇ ਸੁੱਚਾ ਨਹੀਂ ਹੁੰਦਾ। ਇਸ ਤਰ੍ਹਾਂ ਬਈ ਧੋਤਿਆਂ ਝੂਠ ਨਾ ਉਤਰੈ, ਇਹੋ ਜਿਹੇ ਪਾਪੀ ਨੂੰ 100 ਵਾਰੀ ਤੀਰਥਾਂ ਦੇ ਉੱਤੇ ਜਾ ਕੇ ਨੁਹਾਈਏ ਵੀ, ਧੋਈਏ ਵੀ, ਤਾਂ ਵੀ ਉਹਨਾਂ ਦੀ ਪਾਪਾਂ ਦੀ ਝੂਠ ਨਹੀਂ ਲੈਂਦੀ, ਪਾਪਾਂ ਦੀ ਮੈਲ ਨਹੀਂ ਲੈਂਦੀ ਹੈ। ਬਾਹਰ ਧੋਤੀ ਤੂਮੜੀ, ਅੰਦਰ ਵਿਸਨ ਕੋ। ਐਸੀ ਹਾਲਤ ਉਹਨਾਂ ਜੀਵਾਂ ਦੀ ਹੈ। ਜੇ 100 ਧੋਵਾ ਤਿਸ, ਜੇ 100 ਵਾਰੀ ਵੀ ਧੋਣਾ ਪਾਈਏ, ਜਿਵੇਂ ਉਹਦੀ ਝੂਠ ਨਹੀਂ ਲੈਂਦੀ, ਇਸੇ ਤਰ੍ਹਾਂ ਗੁਨਾਹਗਾਰ ਬੰਦਾ ਜਿਹੜਾ ਬਾਹਰੋਂ
ਬੜੇ ਸਫੇਦ ਰੰਗ ਦੇ ਵਸਤਰ ਧਾਰਮਿਕ ਆਗੂ ਬਣ ਕੇ ਵੀ ਦਿਖਾਉਂਦਾ, ਬੜਾ ਚਿਲਕਦਾ ਵੀ ਹੈ, ਲਿਸ਼ਕਦਾ ਵੀ ਹੈ, ਪਰ ਪਾਪਾਂ ਦੀ ਅੰਦਰ ਕਾਲਸ ਨੂੰ ਹੀ ਘੋਟੀ ਜਾਂਦਾ। ਭਾਵ ਠੱਗੀਆਂ ਲਾਉਣੀਆਂ, ਠੋਰੀਆਂ, ਠੱਗੀਆਂ ਠੋਰੀਆਂ, ਧੋਖੇ, ਇਹੀ ਚੀਜ਼ਾਂ ਦੀ ਅੰਦਰ ਹਰ ਸਮੇਂ ਉਹਦੇ ਅੰਦਰ ਇਹੀ ਵਿਚਾਰ ਚੱਲਦੀ ਰਹਿੰਦੀ ਹੈ ਵੀ ਅੱਜ ਇਹਨੂੰ ਠੱਗੀ ਲਾਈ ਹੈ, ਕੱਲ ਨੂੰ ਕਿਹਨੂੰ ਠੱਗਣਾ। ਇਹੋ ਜਿਹੇ ਅੰਦਰ ਮਨ ਦੇ ਵਿੱਚ ਫੁਰਨੇ, ਇਹੀ ਘੋਟੀ ਜਾਂਦਾ ਅੰਦਰ ਬਾਰ-ਬਾਰ ਇਸੇ ਪਾਪ ਨੂੰ ਹੀ। ਤੇ ਇਹੋ ਜਿਹੇ ਜਿਹੜੇ ਮਨੁੱਖ ਹੈ ਨਾ, ਉਹ ਭਾਵੇਂ ਤੀਰਥਾਂ ਤੇ ਵੀ ਜਾਣ, ਜਾ ਜਾ ਕੇ 100 ਵਾਰੀ ਵੀ ਧੋਣ, ਆਪਣਾ ਸਰੀਰ ਵੀ ਧੋਣ, ਉਹ 100 ਵਾਰੀ ਜਾ ਕੇ ਇਸ਼ਨਾਨ ਵੀ 68 ਤੀਰਥਾਂ ਤੇ ਕਰਨ, ਤਾਂ ਵੀ ਉਹਨਾਂ ਦੀ ਮੈਲ ਨਹੀਂ ਲੈਂਦੀ ਹੈ, ਪਾਪਾਂ ਦੀ ਮੈਲ ਤੋਂ ਨਹੀਂ ਮੁਕਤ ਹੁੰਦੇ। ਸੱਜਣ ਸੇਈ ਨਾਲ ਮੈਂ, ਕਹਿੰਦੇ ਸੱਜਣ ਤਾਂ ਉਹ ਹੈ ਭਾਈ ਅਸਲੀ ਸਾਥੀ। ਸੱਜਣ ਦਾ ਅਰਥ ਸਾਥੀ। ਸਾਥੀ ਉਹ ਹੈ ਮੈਂ ਸਾਡਾ, ਜਿਹੜਾ ਚਲਦਿਆਂ ਨਾਲ ਚਲਨ, ਜਦੋਂ ਐਸ ਲੋਕ ਵਿੱਚ ਚੱਲੀਏ ਤਾਂ ਨਾਲ ਸਾਥ ਦਵੇ। ਸੱਜਣ ਸੇਈ ਨਾਲ ਮੈਂ, ਉਹੀ ਸੱਜਣ ਪਿਆਰਾ ਸਾਥੀ ਹੈ। ਚੱਲਦਿਆਂ ਨਾਲ ਚਲਨ, ਜਿਹੜਾ ਇੱਥੇ ਵੀ ਨਾਲ ਚੱਲੇ, ਭਾਵ ਇੱਥੇ ਮੁਸੀਬਤ ਪੈ ਗਈ ਤੇ ਮੁਸੀਬਤ ਦੇ ਵਿੱਚ ਛੱਡ ਕੇ ਭੱਜ ਗਿਆ, ਉਹ ਕਾਹਦਾ ਸੱਜਣ ਹੈ। ਜਦੋਂ 6 ਮਹੀਨੇ ਦਾ ਘੇਰਾ ਸ੍ਰੀ ਅਨੰਦਪੁਰ ਸਾਹਿਬ ਪਿਆ, ਭੁੱਖੇ ਪਿਆਸੇ ਜਿਹੜੇ ਸਤਿਗੁਰੂ ਜੀ ਨੂੰ ਛੱਡ ਕੇ ਆ ਗਏ, ਉਹ ਗੁਰੂ ਦੇ ਸਿੱਖ ਨਹੀਂ ਸਨ। ਜਿਨ੍ਹਾਂ ਨੇ ਭੁੱਖਾਂ ਪਿਆਸਾਂ ਕੱਟ ਕੇ ਵੀ ਭਾਈ ਬਚਿੱਤਰ ਸਿੰਘ ਜੀ ਵਰਗਿਆਂ ਨੇ ਆਪਣੀਆਂ ਸ਼ਹਾਦਤਾਂ ਦੇ ਦਿੱਤੀਆਂ, ਉਹ ਅਸਲੀ ਗੁਰੂ ਸਾਹਿਬ ਪਿਆਰੇ ਸਿੱਖ ਸਨ। ਇਸੇ ਤਰ੍ਹਾਂ ਜਿਵੇਂ ਕਬੀਰ ਸਾਹਿਬ ਫਰਮਾਨ ਕਰਦੇ ਆ ਨਾ ਗੁਰਬਾਣੀ ਦੇ ਵਿੱਚ, ਸਾਹਿਬ ਸੰਕਟ ਬੈ ਸੇਵਕ ਭੱਜੈ, ਚਿਰੰਕਾਲ ਨਾ ਜੀਵੈ ਦੋ ਕੁਲ ਲੱਜੈ। ਮਾਲਕ ਸੰਕਟ ਵਿੱਚ ਫਸ ਜਾਵੇ, ਮੁਸੀਬਤ ਵਿੱਚ ਫਸ ਜਾਵੇ, ਤੇ ਸੇਵਕ ਉਹਨੂੰ ਛੱਡ ਕੇ ਭੱਜ ਜਾਵੇ ਨਾ, ਕੈਰ ਬਣ ਜਾਵੇ, ਬੁੱਝਦਿਲ ਬਣ ਕੇ ਭੱਜ ਜਾਵੇ, ਕਹਿੰਦੇ ਇਹੋ ਜਿਹੇ ਸੇਵਕ ਨੂੰ ਚਿਰੰਕਾਲ ਜਿਉਣਾ ਨਹੀਂ ਮਿਲਦਾ, ਲੰਮਾ ਸਮਾਂ ਨਹੀਂ ਉਹ ਜਿਉਂਦਾ ਰਹਿ ਸਕਦਾ। ਜਿਹੜੀ ਜ਼ਿੰਦਗੀ ਨੂੰ ਬਚਾਉਣ ਲਈ ਮੌਤ ਤੋਂ ਡਰਦਾ ਭੱਜਿਆ, ਤਾਂ ਉਹਨੂੰ ਦੋਨਾਂ ਲੋਕਾਂ ਵਿੱਚ ਹੀ ਨਹੀਂ ਉਹਨੂੰ ਇੱਜ਼ਤ ਪ੍ਰਾਪਤ ਹੁੰਦੀ। ਚਿਰੰਕਾਲ ਨਾ ਜੀਵੈ ਦੋ ਕੁਲ ਲੱਜੈ। ਇਸ ਲੋਕ ਦੇ ਵਿੱਚ ਵੀ ਸ਼ਰਮਿੰਦਾ ਹੋਣਾ ਪੈਂਦਾ, ਦਰਗਾਹ ਦੇ ਵਿੱਚ ਵੀ ਸ਼ਰਮਿੰਦਗੀ ਸਹਾਰਨੀ ਪੈਂਦੀ ਆ, ਉਹਦੀਆਂ ਕੁਲਾਂ ਨੂੰ ਵੀ ਸਹਾਰਨੀ ਪੈਂਦੀ ਆ। ਦੁਨੀ ਚੰਦ ਛੱਡ ਕੇ ਭੱਜ ਕੇ ਆਇਆ, ਤੇ ਅੱਜ ਵੀ ਲਾਹਣਤਾਂ ਪੈਂਦੀਆਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਜਿਹੜਾ ਚੱਲਦਿਆਂ ਨਾਲ ਚਲਨ, ਦੁੱਖਾਂ ਦੇ ਵਿੱਚ ਵੀ ਨਾਲ ਚੱਲੇ, ਨਾਲ ਤੁਰੇ, ਸਹਾਇਤਾ ਕਰੇ, ਔਰ ਪ੍ਰਲੋਕ ਦੇ ਵਿੱਚ ਵੀ ਜਾ ਕੇ ਸਹਾਇਤਾ ਕਰੇ। ਸਾਧ ਸੰਗਤ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਿੱਖ ਭਾਈ ਜੱਲਣ ਜੀ ਪਢਾਣੇ ਨਗਰ ਦੇ ਹੋਏ ਹੈ। ਦਸਾਂ ਨੌਂ ਦੀ ਕਿਰਤ ਕਰਨੀ ਤੇ ਭਗਤੀ ਕਰਨੀ, ਨਾਮ ਜਪਣਾ। ਇੱਕ ਦਿਨ ਇਹਨਾਂ ਦੀ ਧਰਮ ਸੁਪਤਨੀ ਅਚਾਨਕ ਚੜ੍ਹਾਈ ਕਰ ਗਈ। ਵਾਹਿਗੁਰੂ ਜਿਹੜੇ ਸ਼ਾਹੂਕਾਰ ਦੇ ਨੌਕਰੀ ਕਰਦੇ ਸਨ, ਉਹ ਜਦੋਂ ਜੱਲਣ ਜੀ ਨੇ ਸ਼ਾਮ ਨੂੰ ਘਰੇ ਵਾਪਸ ਆਉਣ ਵਾਸਤੇ ਸਾਰੀ ਦਿਹਾੜੀ ਲਾ ਕੇ ਮੁੜਨਾ, ਉਹਨੇ ਜੀ ਕਹਿ ਕੇ ਆਪਣੀ ਸਾਰੀ ਮਜ਼ਦੂਰੀ ਦੇਣੀ ਜੱਲਣ ਜੀ ਨੂੰ। ਜੱਲਣ ਜੱਟ ਕਰਕੇ ਉਹਨਾਂ ਦਾ ਨਾਮ ਆਉਂਦਾ ਇਤਿਹਾਸ ਵਿੱਚ। ਸਾਰਿਆਂ ਨੂੰ ਮਜ਼ਦੂਰੀ ਉਸ ਤਰ੍ਹਾਂ ਦੇ ਦੇਣੀ, ਪਰ ਜੱਲਣ ਜੀ ਨੂੰ ਭਗਤ ਸਮਝ ਕੇ, ਮਹਾਰਾਜ ਦਾ ਸਿੱਖ, ਨਾਮ ਜਪਣ ਵਾਲਾ ਜਾਣ ਕੇ, ਆਓ ਜੱਲਣ ਜੀ ਆਪਣਾ ਤੁਸੀਂ ਰੋਜ਼ ਦੀ ਦਿਹਾੜੀ ਜੋ ਬਣਦੀ ਹੈ ਉਹ ਲੈ ਕੇ ਜਾਓ, ਜੀ ਕਹਿ ਕੇ ਬੁਲਾਉਣਾ। ਤਾਂ ਸਾਧ ਸੰਗਤ ਜੀ ਕੀ ਹੋਇਆ, ਅਚਾਨਕ ਸ਼ਾਹੂਕਾਰ ਚੜ੍ਹਾਈ ਕਰ ਗਿਆ ਜਿਹਦੇ ਨੌਕਰੀ ਕਰਦੇ ਸਨ, ਦਿਹਾੜੀ ਕਰਦੇ ਸਨ। ਤਾਂ ਉਹਦੇ 2 ਦਿਨ ਚੜ੍ਹਾਈ ਕਰਨ ਤੋਂ ਬਾਅਦ ਉਹਨਾਂ ਦੇ ਘਰੋਂ ਮਾਤਾ ਨੇ ਵੀ ਸੱਚਖੰਡ ਜਾਣ ਦੀ ਤਿਆਰੀ ਕੀਤੀ। ਤਾਂ ਕਹਿਣ ਲੱਗੇ ਵੀ ਰਾਮ ਕੀ, ਜਿਹੜਾ ਸ਼ਾਹੂਕਾਰ ਸਾਨੂੰ ਜੀ ਕਹਿ ਕੇ ਬੁਲਾਉਂਦਾ ਸੀ ਨਾ, ਉਹ ਐਸ ਪ੍ਰਲੋਕ ਤੋਂ, ਲੋਕ ਤੋਂ ਪ੍ਰਲੋਕ ਚਲੇ ਗਿਆ।
ਪਰ ਉਹਨੇ ਸਾਰੀ ਜ਼ਿੰਦਗੀ ਕੋਈ ਦਇਆ ਧਰਮ ਨਹੀਂ ਕਮਾਇਆ, ਕੋਈ ਪੁੰਨ ਦਾਨ ਨਹੀਂ ਕੀਤਾ, ਨਾਮ ਨਹੀਂ ਜਪਿਆ। ਧਰਮ ਰਾਜੇ ਦੇ ਵੱਸ ਪੈ ਗਈ ਹੈ ਉਹਦੀ ਆਤਮਾ। ਤੇ ਤੂੰ ਜਾਂਦੀ ਜਾਂਦੀ ਧਰਮ ਰਾਜੇ ਨੂੰ ਸਾਡਾ ਸੰਦੇਸ਼ ਦੇ ਜਾਈਂ ਕਿ ਇਹ ਸਾਨੂੰ ਜੀ ਕਹਿ ਕੇ ਬੁਲਾਉਂਦਾ ਰਿਹਾ, ਇਹਨੂੰ ਤੂੰ ਛੱਡ ਦੇ, ਇਹਨੂੰ ਤੂੰ ਨਰਕਾਂ 'ਚ ਨਾ ਪਾਈ। ਤਾਂ ਉਹਨਾਂ ਦੇ ਘਰੋਂ ਮਾਤਾ ਰਾਮ ਕੀ ਕਹਿਣ ਲੱਗੀ ਜੀ 7 ਬਚਨ। ਇੰਨੇ ਬਚਨ ਤੋਂ ਬਾਅਦ ਮਾਤਾ ਰਾਮ ਕੀ ਚੜ੍ਹਾਈ ਕਰ ਗਈ। ਤਾਂ ਦੂਸਰੇ ਦਿਨ ਜੱਲਣ ਜੀ ਸੱਪ ਉੱਤੇ ਬੈਠੇ ਹੈ ਤੇ ਅਚਾਨਕ ਹੱਸੇ ਉੱਚੀ ਉੱਚੀ। ਤੇ ਸੇਵਕ ਪੁੱਛਦਾ ਜੀ ਮਹਾਂਪੁਰਖੋ ਤੁਸੀਂ ਹੱਸਦੇ ਕਿਉਂ, ਕੀ ਕਾਰਨ ਹੈ, ਅੱਗੇ ਤਾਂ ਕਦੇ ਹੱਸੇ ਨਹੀਂ। ਕਹਿੰਦੇ ਹੱਸਦੇ ਤਾਂ ਹੈ, ਧਰਮ ਰਾਜੇ ਨੇ ਸਾਡਾ ਬਚਨ ਮੰਨ ਲਿਆ, ਉਸ ਸ਼ਾਹੂਕਾਰ ਨੂੰ ਛੱਡ ਦਿੱਤਾ, ਨਰਕਾਂ ਵਿੱਚ ਨਹੀਂ ਪਾਇਆ, ਉਹਦੀ ਬੰਦ ਖਲਾਸੀ ਹੋ ਗਈ, ਤਾਂ ਹੱਸਦੇ ਹਾਂ। ਜੇ ਕੋ ਜਿਉ ਕਹਿ ਉਹਨਾਂ ਕੋ ਜਮ ਕੀ ਤਲਬ ਨਾ ਹੋਈ। ਜਿਹੜਾ ਰੱਬ ਦੇ ਪਿਆਰਿਆਂ ਨੂੰ ਬੰਦਗੀ ਕਰਨ ਵਾਲਿਆਂ ਨੂੰ ਜੀ ਕਹਿ ਕੇ ਵੀ ਬੁਲਾ ਦੇਵੇ ਨਾ, ਉਹਨੂੰ ਜਮ ਨਹੀਂ ਕਦੇ ਤਲਬ ਕਰ ਸਕਦਾ। ਇੰਨਾ ਸਤਿਕਾਰ ਹੈ ਨਾਮ ਜਪਣ ਵਾਲੇ ਗੁਰਮੁਖਾਂ ਦਾ। ਇਸ ਕਰਕੇ ਭਾਈ ਸੱਜਣ ਤਾਂ ਉਹੀ ਹੈ ਜਿਹੜਾ ਚਲਦਿਆਂ ਦੇ ਨਾਲ ਪ੍ਰਲੋਕ ਦੇ ਵਿੱਚ ਵੀ। ਸੰਤ ਕਿਹਨੂੰ ਕਹਿੰਦੇ ਆ, ਨਾਨਕ ਕੱਚੜਿਆਂ ਸੁਤੋੜ ਢੂਡ ਸੱਜਣ ਸੰਤ ਪੱਕਿਆਂ, ਓਏ ਜੀਵਨ ਦੇ ਵਿਛੜਾ ਮੋਇਆ ਨਾ ਜਾਹੀ ਛੋੜ। ਇਸ ਕਰਕੇ ਪ੍ਰਲੋਕ ਵਿੱਚ ਵੀ ਨਾਲ ਜਾਵੇ। ਸੱਜਣ ਕੀ ਹੈ, ਜਿਹੜੇ ਸ਼ੁਭ ਕਰਮ ਹੈ ਸਾਡੇ ਸੱਜਣ ਹੈ, ਪਾਪ ਕਰਮ ਸਾਡੇ ਸੱਜਣ ਨਹੀਂ ਹਨ। ਜਿਹੜੀ ਸਤ ਸੰਗਤ ਕਰ ਰਹੇ ਹੋ ਨਾ, ਇਹ ਪ੍ਰਲੋਕ ਵਿੱਚ ਤੁਹਾਡੀ ਸੱਜਣ ਬਣੇਗੀ, ਇੱਥੇ ਵੀ ਬਣੇਗੀ, ਪ੍ਰਲੋਕ ਵਿੱਚ ਵੀ। ਜਿਹੜਾ ਨਾਮ ਜਪ ਰਹੇ ਹੋ, ਸਿੱਖੀ ਕਮਾ ਰਹੇ ਹੋ, ਸੇਵਾ ਕਰ ਰਹੇ ਹੋ, ਧਰਮ ਹਿੱਤ ਦਾਨ ਪੁੰਨ ਕਰ ਰਹੇ ਹੋ, ਇਹੀ ਅਸਲੀ ਸੱਜਣ ਹੈ। ਜਿਹੜੇ ਸ਼ੁਭ ਗੁਣ ਹੈ ਨਾ, ਇਹੀ ਅਸਲ ਸੱਜਣ ਸਾਥੀ ਹਨ ਲੋਕ ਪ੍ਰਲੋਕ ਦੇ। ਜਦੋਂ ਬੰਦਾ ਚੱਲਦਾ ਨਾਲ ਚੱਲ ਕੇ ਸਹਾਇਤਾ ਕਰਦੇ, ਦੁੱਖਾਂ ਤੋਂ ਬਚਾਉਂਦੇ ਆ। ਤੋ ਰੱਬ ਦੀ ਦਰਗਾਹ ਦੇ ਵਿੱਚ ਵੀ ਕਮਾਇਆ ਹੋਇਆ ਧਰਮ, ਨਾਨਕ ਔਗੁਣ ਜੇਤੜੇ ਤੇਤੇ ਗਲੀ ਜੰਜੀਰ, ਜੇ ਗੁਣ ਹੋਣ ਤਾਂ ਕੱਟੀਆਂ ਸੇ ਭਾਈ ਸੇ ਵੀਰ। ਜਿੱਥੈ ਲੇਖਾ ਮੰਗੀਐ, ਜਿੱਥੇ ਹਿਸਾਬ ਧਰਮ ਰਾਜੇ ਦੀ ਦਰਗਾਹ ਵਿੱਚ ਮੰਨਿਆ ਜਾਂਦਾ ਹੈ, ਮੰਗਿਆ ਜਾਂਦਾ ਲੇਖਾ। ਜਿੱਥੈ ਖੜੇ ਦਿਸਨ, ਉੱਥੇ ਖੜੇ ਦਿਸਣ, ਭਾਵ ਕੋਲੇ ਆ ਕੇ ਬਰਾਬਰ ਖੜ ਕੇ ਮਦਦ ਕਰਨ, ਰੱਖਿਆ ਕਰਨ, ਜਮਾਂ ਦੇ ਵਸ ਨਾ ਪੈਣ ਦੇਣ, ਨਰਕਾਂ ਵਿੱਚ ਨਾ ਜਾਣ ਦੇਣ। ਉਹ ਭਾਈ ਵਾਹਿਗੁਰੂ ਦਾ ਨਾਮ ਹੈ। ਜੈ ਮਾਤ ਪਿਤਾ ਸੁਤਮੀਤ ਨਾ ਭਾਈ, ਮਨ ਹੁਆ ਨਾਮ ਤੇਰਾ ਸੰਗ ਸਹਾਈ। ਇਹ ਨਾਮ ਹੈ ਜਿਹੜਾ ਤੁਹਾਡੀ ਉੱਥੇ ਵੀ ਰੱਖਿਆ ਜਮਾ ਤੋਂ ਕਰੇਗਾ। ਕਈ ਕਹਿੰਦੇ ਜੀ ਨਰਕੀ ਨਹੀਂ, ਧਰਮ ਰਾਜ ਹੀ ਨਹੀਂ ਹੈ, ਜਾਮੀ ਨਹੀਂ ਹੈ, ਐਵੇਂ ਡਰਾਉਣ ਵਾਸਤੇ ਗੱਲਾਂ ਬਣਾਈਆਂ। ਧੰਨ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਪੜ੍ਹੋ, ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਵ ਦੇ ਰਾਹ ਭੀੜੈ ਅੱਗੇ ਜਾਵਣਾ, ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ, ਕਰ ਔਗਣ ਪਛੋਤਾਵਣਾ। ਅਮਲ ਸਿਰਾਨੋ ਲੇਖਾ ਦੇਨਾ, ਆਏ ਕਠਨ ਦੂਤ ਜਮ ਲੈਨਾ, ਕਿਆ ਤੈ ਖਟਿਆ ਕਹਾਂ ਗਵਾਇਆ, ਚਲੋ ਦੀਵਾਨ ਸਤਾਬ ਬੁਲਾਇਆ। ਸਤਾਬੀ ਛੇਤੀ ਛੇਤੀ ਤੈਨੂੰ ਸੱਦਿਆ, ਤੇਰਾ ਲੇਖਾ ਹੋਣਾ। ਜਿੱਥੇ ਲੇਖਾ ਮੰਗਿਆ ਜਾਵੇਗਾ ਉਹ ਕੋਲੇ ਖੜ ਕੇ ਸਹਾਇਤਾ ਕਰਨ। ਉਹ ਹੈ ਧਰਮ ਦੇ ਕਰਮ, ਸ਼ੁਭ ਕਰਮ। ਮਹਾਰਾਜ ਨੇ ਆਪਣੇ ਲਈ ਕੀ ਦਾਤ ਮੰਗੀ ਹੈ, ਦੇਹ ਸ਼ਿਵਾ ਬਰ ਮੋਹੇ ਹੈ, ਸ਼ੁਭ ਕਰਮਨ ਤੇ ਕਬਹੂ ਨਾ ਟਰੋ। ਮਹਾਰਾਜ ਮੇਰਾ ਖਾਲਸਾ ਸ਼ੁਭ ਕਰਮ ਕਰਨ ਵੱਲੋਂ ਨਾ ਕਿਤੇ ਪਿੱਛੇ ਹਟੇ, ਇਹ ਲੋਕ ਪ੍ਰਲੋਕ ਦਾ ਸ਼ੁਭ ਕਰਮ ਸਾਥੀ ਬਣ ਜਾਏ। ਜਿੱਥੇ ਲੇਖਾ ਮੰਗਿਆ ਜਾਂਦਾ ਉੱਥੇ ਜਾ ਕੇ ਸਹਾਇਤਾ ਕਰਕੇ ਜਮਾਂ ਤੋਂ ਨਰਕਾਂ ਤੋਂ ਛੁਡਾ ਦੇਵੇ, ਉਹੀ ਅਸਲੀ ਲੋਕ ਪ੍ਰਲੋਕ ਦੇ ਸੱਜਣ ਸ਼ੁਭ ਗੁਣ ਹਨ। ਮਿੱਤਰ ਸਾਡੇ ਪਿਆਰੇ ਰਹਾਓ, ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਆ, ਕੋਠੇ ਮੰਡਪ ਮਾੜੀਆਂ, ਕੋਠੇ ਕੱਚੇ, ਮੰਡਪ ਜਿਹੜੀਆਂ ਉੱਤੇ ਮਮਟੀਆਂ ਬਣਾਈਆਂ ਹੁੰਦੀਆਂ ਗੁੰਮਜੀਆਂ ਲਾ ਲਾ ਕੇ, ਇਉਂ ਮਾੜੀਆਂ ਵੱਡੀਆਂ ਵੱਡੀਆਂ ਹਵੇਲੀਆਂ ਆਦਿਕ, ਪਾਸਹੁ ਚਿਤ ਵੀ ਆਹਾ, ਔਰ ਉਹਨਾਂ ਦੇ ਪਾਸੇ ਆਲੇ ਦੁਆਲੇ ਚਿਤਵੀਆਂ ਚਿੱਤਰਕਾਰੀਆਂ ਕੀਤੀਆਂ ਹੋਈਆਂ। ਢੱਠੀਆਂ ਕੰਮ ਨਾ ਆਵਨੀ, ਜਦੋਂ ਢਹਿ ਜਾਂਦੀਆਂ ਕਿਸੇ ਕੰਮ ਨਹੀਂ ਆਉਂਦੀਆਂ ਹਨ। ਵਿੱਚੋਂ ਸਖਣੀਆਂ, ਉਹ ਵਿੱਚੋਂ ਸਖਣੀਆਂ ਖਾਲੀ ਹੈ। ਕਿਉਂ? ਉਹਨਾਂ ਵਿੱਚ ਕਦੇ ਕਥਾ ਕੀਰਤਨ ਨਹੀਂ ਹੋਇਆ, ਕਦੇ ਸਾਧ ਸੰਗਤ ਨੇ ਉੱਥੇ ਚਰਨ ਨਹੀਂ ਪਾਏ।
ਸਾਹਿਬ ਦੇ ਚਰਨੀ ਪਏ, ਨਾਮ ਜਪਣ ਵਾਲੀਆਂ ਪਵਿੱਤਰ ਆਤਮਾਵਾਂ ਨੇ ਚਰਨੀ ਪਾਏ, ਤਾਂ ਕਰਕੇ ਉਹ ਖਾਲੀ ਹੈ। ਕੋਠੇ ਮਧਰੇ ਸਰੀਰ ਦੇ, ਮੰਡਪ ਮੋਟੇ ਸਰੀਰ ਦੇ, ਮਾੜੀਆਂ ਦੀ ਤਰ੍ਹਾਂ ਲੰਮੇ ਕੱਦਾਂ ਵਾਲੇ, ਔਰ ਜਿਨ੍ਹਾਂ ਨੇ ਬੜੇ ਸੁੰਦਰ ਸ਼ਿੰਗਾਰ ਕਰਨ ਰੂਪ ਚਿੱਤਰਕਾਰੀਆਂ ਕੀਤੀਆਂ ਹੋਈਆਂ ਸਨ। ਜਦੋਂ ਢਹਿ ਗਏ ਉਹ ਸਰੀਰ, ਉਹ ਦੇਹਾਂ ਢਹਿ ਗਈਆਂ ਨਾ, ਕਾਲ ਵਸ ਪੈ ਗਈਆਂ, ਤਾਂ ਉਹ ਖਾਲੀ ਨਿਕਲੀਆਂ ਉਹਨਾਂ ਦੇ ਵਿੱਚੋਂ, ਕਿਉਂਕਿ ਉਹਨਾਂ ਨੇ ਇਸ ਦੇਹ ਰੂਪ ਸਰੀਰ ਰੂਪ ਘਰ ਦੇ ਵਿੱਚ ਵਾਹਿਗੁਰੂ ਦਾ ਨਾਮ ਨਹੀਂ ਜਪਿਆ ਸੀ, ਭਗਤੀ ਨਹੀਂ ਕੀਤੀ, ਇਸ ਕਰਕੇ ਖਾਲੀ ਹੀ ਗਏ, ਸਖਣੇ ਗਏ ਮਾਤ ਲੋਕ ਤੋਂ। ਬੱਗਾ ਬੱਗੇ ਕੱਪੜੇ, ਬੱਗਾ ਬਗਲੇ ਜਿਹੜੇ ਆ ਉਹਨਾਂ ਨੇ ਬੱਗੇ ਚਿੱਟੇ ਰੰਗ ਦੇ ਕੱਪੜੇ ਪਾਏ ਹੁੰਦੇ ਆ, ਸਫੇਦ ਰੰਗ ਦਾ ਲਿਬਾਸ ਹੁੰਦਾ ਬਗਲਿਆਂ ਦਾ। ਤੀਰਥ ਮੰਜ ਵਸਨ, ਤੀਰਥਾਂ ਦੇ ਉੱਤੇ ਹੀ ਵਸਦੇ ਆ ਬਗਲੇ ਵੀ, ਇੱਕ ਲੱਤ ਦੇ ਭਾਰ ਅੱਖਾਂ ਮੀਚ ਕੇ ਖੜ ਜਾਂਦੇ ਆ। ਪਰ ਜਦੋਂ ਸਾਧ ਸੰਗਤ ਜੀ ਘੁੱਟ ਘੁੱਟ ਜੀਆ ਖਾਵਣ, ਜਦੋਂ ਮੱਛੀ ਡੰਡੀ ਆਉਂਦੀ ਹੈ ਨਾ, ਪਤਾ ਲੱਗ ਜਾਂਦਾ ਵੀ ਨੇੜੇ ਆ ਗਈ ਕੋਈ ਮੱਛੀ ਡੰਡੀ, ਉਦੋਂ ਹੀ ਇੱਕਦਮ ਝਪਟ ਮਾਰ ਕੇ ਘੁੱਟ ਕੇ ਖਾ ਲੈਂਦੇ ਆ। ਐਸੇ ਜਿਹੜੇ ਪਖੰਡੀ ਆ, ਬਗਲਿਆਂ ਵਰਗੇ ਕੱਪੜੇ ਪਾਏ, ਚਿੱਟੇ ਦੁੱਧ ਰੰਗੇ, ਤੀਰਥਾਂ ਦੇ ਉੱਤੇ ਰਹਿਣ ਵਾਲੇ ਇਹ ਸੱਜਣ ਤੇਰੇ ਵਰਗੇ, ਉਹ ਜੀਵਾਂ ਨੂੰ ਘੁੱਟ ਘੁੱਟ ਕੇ ਖਾਂਦੇ ਆ, ਦੁੱਖ ਦੇ ਦੇ ਕੇ, ਲੋਕਾਂ ਦੇ ਉੱਤੇ ਆਪਣਾ ਪ੍ਰਭਾਵ ਬਣਾ ਬਣਾ ਕੇ ਲੋਕਾਂ ਦੀ ਕਮਾਈ ਨੂੰ ਖਾਂਦੇ ਹਨ, ਦੁਖੀ ਕਰ ਕਰਕੇ ਲੋਕਾਂ ਨੂੰ। ਬੱਗੇ ਨਾ ਕਹੀਆਂ, ਬੱਗੇ ਉਹ ਹੰਸ ਨਹੀਂ ਕਹੀਦੇ ਹਨ। ਬਗਲੇ ਦਾ ਲਿਬਾਸ ਤਾਂ ਹੰਸ ਵਰਗਾ, ਪਰ ਹੰਸ ਵਰਗਾ ਹੈ ਨਹੀਂ, ਉਹਨੂੰ ਹੰਸ ਨਹੀਂ ਕਿਹਾ ਜਾਂਦਾ। ਹੰਸਾ ਹੀਰਾ ਮੋਤੀ ਚੁਗਣਾ ਬਗਡੱਡਾ ਭਾਲਣ ਜਾਵੇ, ਉਹ ਤੱਤ ਮਿਥਿਆ ਦਾ ਵਿਵੇਚਨ ਕਰਨ ਵਾਲੇ ਤੱਤ ਵੇਤੇ ਜਿਹੜੇ ਐ, ਉਹ ਹੰਸ ਨਹੀਂ ਕਹੀਦੇ ਹਨ, ਉਹ ਤਾਂ ਬਗਲੇ ਪਖੰਡੀ ਹਨ। ਸਿਮਲ ਰੁੱਖ ਸਰੀਰ ਮੈਂ, ਸਿਮਲ ਦਾ ਰੁੱਖ ਜਿਵੇਂ ਹੁੰਦਾ ਬਹੁਤ ਉੱਚਾ ਲੰਮਾ ਦੇਖਣ ਨੂੰ, ਮੈਂ ਜਾਨ ਦੇਖ ਭੁਲਨ, ਜਿਹੜੇ ਮੈਜਨ ਧੌਲਪੁਰ ਦੀ ਬੋਲੀ ਹੈ, ਇਹਨੂੰ ਤੋਤੇ ਨੂੰ ਮੈਜਨ ਕਿਹਾ ਜਾਂਦਾ। ਅੰਮ੍ਰਿਤਸਰ ਸਾਹਿਬ ਵਾਲੀ ਟਕਸਾਲ ਵਿੱਚ ਮੈਜਨ ਪਾਠ ਹੈ, ਵੈਸੇ ਦਮਦਮੀ ਟਕਸਾਲ ਵਿੱਚ ਮੁੱਖ ਪਾਠ ਮੈਂ ਜਾਨੀ ਹੈ। ਇਸ ਕਰਕੇ ਜਿਹੜੇ ਤੋਤੇ ਆ ਨਾ, ਉਹ ਭੁੱਲ ਕੇ ਆਉਂਦੇ ਆ, ਲਾਲ ਸੂਹੇ ਫੁੱਲ ਤੇ ਫਲ ਦੇਖ ਕੇ ਖਾਣ ਵਾਸਤੇ ਆਉਂਦੇ ਆ ਕਿ ਬੜੇ ਸੋਹਣੇ ਫੁੱਲ ਲੱਗੇ ਹੋਏ ਆ, ਫਲ ਲੱਗੇ ਹੋਏ ਆ। ਪਰ ਜਦੋਂ ਸਾਧ ਸੰਗਤ ਜੀ ਦੇ ਫਲ ਦੇ ਵਿੱਚ ਆਪਣੀ ਚੁੰਝ ਮਾਰਦੇ ਆ ਨਾ, ਉਹ ਵਿੱਚੇ ਫਸ ਜਾਂਦੀ ਆ, ਚੀੜਾ ਹੁੰਦਾ ਉਹ, ਔਰ ਉਹ ਵਿਚਾਰਾ ਤੋਤਾ ਲਟਕ ਲਟਕ ਕੇ ਉੱਥੇ ਹੀ ਮਰ ਜਾਂਦਾ, ਪ੍ਰਾਣ ਦੇ ਜਾਂਦਾ। ਜਦੋਂ ਤੋੜੀ ਦਾ ਉਹਦੇ ਵਿੱਚੋਂ ਸਵਾਹ ਵਾਂਗੂ ਹੀ ਸਾਧ ਸੰਗਤ ਜੀ ਉਹ ਫੁੱਲ ਜੇ ਆਪਣੇ ਆਪ ਹੀ ਉਹ ਉੱਡ ਜਾਂਦੇ ਆ, ਕੱਖਾਂ ਵਾਂਗੂ ਜੇ। ਉਹਦੇ ਫੁੱਲ ਵੀ, ਉਹਦੇ ਫਲ ਵੀ, ਤੇ ਉਹਦੀ ਲੱਕੜ ਵੀ ਬਹੁਤ ਪੋਲੀ ਹੁੰਦੀ ਆ, ਕਿਸੇ ਕੰਮ ਨਹੀਂ ਆਉਂਦੀ। ਸਿਮਲ ਰੁੱਖ ਸਰੀਰ ਮੈਂ, ਉਹ ਸੁਮਲ ਦਾ ਰੁੱਖ ਸਰੀਰ ਜਿਹੜਾ ਹੈ, ਉਹ ਦੇਖ ਕੇ ਤਾਂ ਮੈਂ ਇਸ ਜੀਵ ਨੇ ਭੁੱਲ ਕੇ ਉਹਨਾਂ ਫਲਾਂ ਨੂੰ ਖਾਣ ਵਾਸਤੇ ਆਇਆ ਤੋਤਾ। ਸੇ ਫਲ ਕੰਮ ਨਾ ਆਵਨੀ, ਉਹ ਫਲ ਕਿਸੇ ਕੰਮ ਨਹੀਂ ਆਉਂਦੇ, ਕਿਸੇ ਦੀ ਭੁੱਖ ਨਹੀਂ ਮੇਟਦੇ। ਤੇ ਗੁਣ ਮੈਂ ਤਨ ਹਨ, ਉਹੀ ਉਹਦੇ ਵਿੱਚ ਗੁਣ ਕੋਈ ਨਹੀਂ ਹੈ, ਨਾ ਉਹਦੇ ਫੁੱਲਾਂ ਵਿੱਚ ਮਹਿਕ ਹੈ, ਨਾ ਉਹਦੇ ਫਲ ਵਿੱਚ ਕੋਈ ਗੁੱਦਾ ਵੀ ਨਹੀਂ ਤੇ ਰਸ ਵੀ ਨਹੀਂ ਹੈ, ਅੰਦਰੋਂ ਖਾਲੀ ਹੈ, ਥੋਥਾ ਹੈ। ਇਸ ਤਰ੍ਹਾਂ ਦੀ ਹਾਲਤ ਉਹਨਾਂ ਪਖੰਡੀਆਂ ਦੀ ਹੈ। ਸਿਮਲ ਵਰਗੇ ਬੜੇ ਲੰਮੇ ਕੱਦ, ਜਾਂ ਸਿੱਧੇ ਹੋ ਕੇ ਬੈਠ ਕੇ ਸਮਾਧੀਆਂ ਲਾਉਣੀਆਂ, ਔਰ ਅਗਿਆਨ ਦੀਆਂ ਗੱਲਾਂ ਕਰਨ ਰੂਪ ਸਾਧ ਸੰਗਤ ਜੀ ਫਲ, ਅਗਿਆਨ ਦੀਆਂ ਗੱਲਾਂ ਸੁਣਾ ਸੁਣਾ ਕੇ, ਧਰਮ ਦੀਆਂ ਗੱਲਾਂ ਰੂਪ ਫੁੱਲ। ਪਰ ਭੁੱਲ ਕੇ ਜਗਿਆਸੂ ਆ ਜਾਂਦੇ ਹੈ ਤੇ ਉਹਨਾਂ ਦੇ ਚੁੰਗਲ ਵਿੱਚ ਫਸ ਜਾਂਦੇ ਹੈ। ਉਹਨਾਂ ਦੀਆਂ ਕੀਤੀਆਂ ਹੋਈਆਂ ਗੱਲਾਂ ਗਿਆਨ ਵਾਲੀਆਂ ਕਿਸੇ ਕੰਮ ਨਹੀਂ ਆਉਂਦੀਆਂ ਹਨ। ਅੰਦੁਲੇ ਭਾਰ ਉਠਾਇਆ, ਇੱਕ ਤਾਂ ਅੰਨਾ, ਦੂਜਾ ਸਿਰ ਉੱਤੇ ਭਾਰ ਚੁੱਕ ਲਿਆ ਵੱਡਾ ਸਾਰਾ ਪੰਡ। ਦੂਗਰ ਵਾਟ ਬਹੁਤ, ਜਿਹੜਾ ਅੱਖਾਂ ਤੋਂ ਭਾਈ ਅੰਨਾ ਹੈ, ਜਿਹਨੂੰ ਦਿਖਾਈ ਨਹੀਂ ਦਿੰਦਾ, ਉਹ ਤਾਂ ਪੱਧਰੇ ਥਾਂ ਤੇ ਨਹੀਂ ਸਹੀ ਤੁਰ ਸਕਦਾ। ਪਹਾੜਾਂ ਵਿੱਚ ਜਿਹੜੀ ਔਖੀ ਵਾਟ ਹੈ, ਡੂਗਰ ਪਹਾੜਾਂ ਦੀ ਵਾਟ ਹੈ, ਉਹਦੇ ਵਿੱਚ ਕਿਵੇਂ ਤੁਰੇਗਾ? ਨਹੀਂ ਤੁਰਿਆ ਜਾਂਦਾ। ਅੱਖੀ
ਲੋੜੀ ਨਾ ਲਹਾ। ਉਹ ਲੋੜਦਾ ਚਾਹੁੰਦਾ ਵੀ ਮੈਨੂੰ ਦਿਸੇ, ਪਰ ਦਿਖਾਈ ਨਹੀਂ ਦਿੰਦਾ ਹੈ, ਦਿਸਦਾ ਨਹੀਂ ਹੈ। ਕੋ ਨੇਤਰਾਂ ਦੀ ਜੋਤ ਬੰਦ ਹੋ ਗਈ, ਕੰਮ ਨਹੀਂ ਕਰਦੀ। ਹੋ ਚੜ ਲੰਗਾ ਕਿਤ। ਉਹ ਕਿੱਦਾਂ ਚੜ ਕੇ ਉੱਚੀਆਂ ਪਹਾੜੀਆਂ ਦੇ ਪੰਧ ਨੂੰ ਤੈਅ ਕਰ ਲਏ ਹੋਏਗਾ, ਬਾਟ ਨਹੀਂ ਲੰਘ ਸਕਦਾ, ਉਹ ਰਸਤੇ ਦੀ ਬਾਟ ਨੂੰ ਤੈਅ ਨਹੀਂ ਕਰ ਸਕਦਾ। ਇਸੇ ਤਰ੍ਹਾਂ ਜਿਨ੍ਹਾਂ ਦੇ ਵੈਰਾਗ ਵਿਵੇਕ ਰੂਪ ਨੇਤਰ ਨਹੀਂ, ਵਿਚਾਰ ਰੂਪ ਅੰਦਰ ਦ੍ਰਿਸ਼ਟੀ ਨਹੀਂ ਹੈ ਭਾਈ, ਐਸੇ ਜਿਹੜੇ ਲੋਕ ਹੈ ਉਹ ਫਿਰ ਸੱਚਖੰਡ ਦਾ ਜਾਂ ਸਤਸੰਗਤ ਰੂਪ ਰਸਤਾ ਜਾਂ ਵਾਹਿਗੁਰੂ ਦੀ ਬਾਟ, ਪਰਮੇਸ਼ਰ ਦੀ ਪ੍ਰਾਪਤੀ ਦਾ ਬਾਟ, ਪਰਮਾਰਥ ਦਾ ਰਸਤਾ ਉਹ ਕਦੇ ਵੀ ਨਹੀਂ ਲੰਘ ਸਕਦੇ, ਉੱਥੇ ਨਹੀਂ ਪਹੁੰਚ ਸਕਦੇ। ਚਾਕਰੀਆ ਚੰਗਿਆਈਆ। ਚਾਕਰੀਆਂ ਚੰਗਿਆਈਆਂ, ਚੰਗੀਆਂ ਚੰਗੀਆਂ ਚੰਗੇ ਧਨਾਢ ਲੋਕਾਂ ਦੇ ਜਾਂ ਚੰਗੇ ਮੀਰਾਂ ਦੇ ਜਾਂ ਸਰਕਾਰਾਂ ਦੀਆਂ ਚਾਕਰੀਆਂ ਨੌਕਰੀਆਂ ਕਰਨੀਆਂ। ਅਵਰ ਸਿਆਣਪ ਕਿਤ। ਔਰ ਵੱਡੀਆਂ ਵੱਡੀਆਂ ਸਿਆਣਪਾਂ ਬੁੱਧੀਆਂ, ਵੇਦਾਂ ਸ਼ਾਸਤਰਾਂ ਦਾ ਗ੍ਰਹਿਣ, ਇਹਨਾਂ ਦੀ ਵਿਦਿਆ ਪ੍ਰਾਪਤ ਕਰਕੇ ਇਹਨਾਂ ਨੂੰ ਇਕੱਤਰ ਕਰਨਾ ਹੈ ਤਾਂ ਇਹ ਚੰਗਾ ਕਰਮ, ਵਿਦਿਆ ਪੜ੍ਹਨੀ, ਸ਼ਾਸਤਰਾਂ ਦਾ ਅਧਿਐਨ ਕਰਨਾ। ਪਰ ਮਹਾਰਾਜ ਕਹਿੰਦੇ ਇਹ ਸਿਆਣਪ ਕਿਸੇ ਕੰਮ ਨਹੀਂ ਆਉਂਦੀ। ਕਦੋਂ? ਚਾਕਰੀਆਂ ਭਾਵ ਦੇਵੀ ਦੇਵਤਿਆਂ ਦੀ ਚਾਕਰੀ ਕਰਨੀ, ਉਪਾਸਨਾ ਕਰਨੀ। ਚੰਗਿਆਈਆਂ ਪਰਉਪਕਾਰ ਕਰਨਾ, ਆਪਣਾ ਵਿਗਾੜ ਬਰਾਨਾ ਸੰਡ, ਆਪਣਾ ਵਿਗਾੜ ਕੇ ਦੂਜਿਆਂ ਦਾ ਸਵਾਰ ਦੇਣਾ, ਇਹ ਕੋਈ ਲੱਖਾਂ ਚੋਂ ਇੱਕ ਹੁੰਦਾ। ਤੇ ਹੋਰ ਜਿੰਨੀਆਂ ਵੀ ਸਿਆਣਪਾਂ ਹਨ, ਚਾਕਰੀਆ ਚੰਗਿਆਈਆ ਅਵਰ ਸਿਆਣਪ ਕਿਤ, ਇਹ ਜਿੰਨੀਆਂ ਵੀ ਸਿਆਣਪਾਂ ਹਨ ਬੁੱਧੀ ਦੀਆਂ, ਇਹ ਕਿਸੇ ਕੰਮ ਨਹੀਂ ਆਉਂਦੀਆਂ ਹਨ। ਕਦੋਂ? ਨਾਨਕ ਨਾਮ ਸੰਭਾਲ ਤੂੰ। ਮਹਾਰਾਜ ਕਹਿੰਦੇ ਜਦੋਂ ਅਖੀਰ ਦਾ ਸਮਾਂ ਆਉਂਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਐ ਬੰਦੇ, ਧੰਨ ਗੁਰੂ ਨਾਨਕ ਸਾਹਿਬ ਸੱਜਣ ਨੂੰ ਵੀ ਕਹਿ ਰਹੇ ਹੈ, ਸੱਜਣ ਵਾਹਿਗੁਰੂ ਦੇ ਨਾਮ ਨੂੰ ਸੰਭਾਲ, ਚੇਤੇ ਕਰ, ਯਾਦ ਕਰ। ਬੰਦਾ ਛੁੱਟਹਿ ਜਿਤ। ਜਿੱਥੇ ਤੂੰ ਬੰਨਿਆ ਹੋਇਆ ਛੁੱਟ ਜਾਵੇਂ, ਵਾਹਿਗੁਰੂ ਦੀ ਦਰਗਾਹ ਵਿੱਚ ਨਹੀਂ ਤਾਂ ਬੰਨਿਆ ਛੁੱਟੇਗਾ ਨਹੀਂ। ਜਿਹੜੇ ਤੂੰ ਪਾਪ ਕੀਤੇ ਆ, ਦੁਨੀਆ ਨੂੰ ਮਾਰਿਆ, ਲੁੱਟ ਲੁੱਟ ਕੇ ਖਾਦਾ, ਇਹਦਾ ਲੇਖਾ ਦੇਣਾ ਪੈਣਾ ਤੈਨੂੰ। ਤਿਲ ਪੀੜੇ ਕਹਾਣੀ, ਜਿਵੇਂ ਤਿਲਾਂ ਨੂੰ ਕਹਾਣੀ ਵਿੱਚ ਪੀੜ ਦਿੰਦਾ ਕੋਲੂ, ਐ ਪੀੜਦੇ ਆ ਫਿਰ ਜੰਮ ਜਿਹੜੇ ਆ। ਇਸ ਕਰਕੇ ਮਹਾਰਾਜ ਕਹਿੰਦੇ ਇਹ ਸਿਆਣਪਾ, ਇਹ ਚੰਗਿਆਈਆਂ, ਇਹ ਚਾਕਰੀਆਂ ਕਿਸੇ ਕੰਮ ਨਹੀਂ ਜੇ ਨਾਮ ਨੂੰ ਚੇਤੇ ਨਹੀਂ ਕਰਦਾ, ਵਾਹਿਗੁਰੂ ਦਾ ਨਾਮ ਨਹੀਂ ਜਪਦਾ। ਸਿਫਰ ਦਾ ਕੋਈ ਵਜੂਦ ਨਹੀਂ ਜੇ ਉਹਦੇ ਨਾਲ ਏਕਾ ਨਹੀਂ ਲੱਗਦਾ। ਏਕਾ ਲੱਗ ਜਾਂਦਾ ਤਾਂ ਸਾਰਾ ਉਹਦਾ ਵਜੂਦ ਅੱਗੇ ਤੋਂ ਅੱਗੇ 10 ਗੁਣਾ ਬਣੀ ਜਾਂਦਾ। ਸਾਰੇ ਸਾਧਨ ਠੀਕ ਹੈ, ਪਰ ਜਿੰਨਾ ਚਿਰ ਨਾਮ ਨਹੀਂ ਨਾ ਜਪਦਾ ਉਨਾ ਚਿਰ ਭਾਈ ਰੱਬ ਦੀ ਦਰਗਾਹ ਚੋਂ ਬੱਝਾ ਨਹੀਂ ਛੁੱਟ ਸਕੇਗਾ। ਇਸ ਕਰਕੇ ਇਹ ਸੱਜਣ ਤੂੰ ਵਾਹਿਗੁਰੂ ਦਾ ਨਾਮ ਜਪ, ਤਾਂ ਤੇਰਾ ਪਾਰ ਉਤਾਰਾ ਹੋਣਾ, ਨਹੀਂ ਤੇ ਤੂੰ ਜਿਹੜੇ ਪਾਪ ਕੀਤੇ ਇਹਨਾਂ ਦਾ ਲੇਖਾ ਤੈਨੂੰ ਦੇਣਾ ਹੀ ਪਵੇਗਾ। ਇਸ ਕਰਕੇ ਨਾਮ ਨੂੰ ਚੇਤੇ ਕਰੋ, ਵਾਹਿਗੁਰੂ ਦੀ ਭਗਤੀ ਕਰੋ, ਜਿਸ ਕਰਕੇ ਬੰਨਿਆ ਜੀਵ ਵੀ ਪਾਪਾਂ ਵਿੱਚ ਬੱਝਾ ਹੋਇਆ ਵੀ ਛੁੱਟ ਜਾਂਦਾ। ਗਨਕਾ ਛੁੱਟ ਗਈ, ਅਜਾਮਲ ਛੁੱਟ ਗਿਆ। ਇਸ ਕਰਕੇ ਸਾਰੇ ਜੀਵ ਛੁੱਟ ਜਾਂਦੇ ਹਨ ਜਿਹੜਾ ਵਾਹਿਗੁਰੂ ਦੇ ਨਾਮ ਨੂੰ ਚੇਤੇ ਕਰਦਾ ਹੈ। ਇਹ ਪਰਮ ਪਵਿੱਤਰ ਉਪਦੇਸ਼ ਭਾਈ ਸੱਜਣ ਠੱਗ ਨੂੰ ਬਖਸ਼ ਕੇ, ਅਸਲੀ ਸੱਜਣ ਮਹਾਰਾਜ ਦਾ ਪਿਆਰਾ ਸਤਿਗੁਰੂ ਨੇ ਪਰਮੇਸ਼ਰ ਦਾ ਪਿਆਰਾ ਉਹਨਾਂ ਨੂੰ ਬਣਾਇਆ। ਇਸ ਪਾਵਨ ਸ਼ਬਦ ਦੀ ਕਥਾ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਗੁਰੂ ਮਹਾਰਾਜ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ। ਚਾਕਰੀਆ ਚੰਗਿਆਈਆ ਅਵਰ ਸਿਆਣਪ ਕਿਤ, ਨਾਨਕ ਨਾਮ ਸੰਭਾਲ ਤੂੰ, ਬੱਧਾ ਛੁਟੈ ਜਿਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।